ਕਿ ਫੌਰੀ ਸਾਨੂੰ ਕੋਈ ਸ਼ਾਰਟ ਟਰਮ ਲੱਭ ਜਾਏਗਾ, ਉਹ ਕੋਈ ਨਹੀਂ ਆਇਆ ਇਹਦੇ 'ਚ। ਉਸਤਾਦ ਜੀ ਗਰਮੀ ਦੇ ਵਿੱਚ ਕਬੂਤਰ ਆ ਕੇ ਬਹਿੰਦਾ ਹੈ ਜੀ, ਤੇ ਅਕਸਰ ਇਹ ਖਰਾਬ ਹੋ ਜਾਂਦਾ, ਉਹਨੂੰ ਸਾਂਭ ਦਾ ਕੋਈ ਤਰੀਕਾ ਦੱਸ ਦਿਓ। ਮਸਲਨ ਮਤਲਬ ਕਿ ਪਾਣੀ ਨਹੀਂ ਖਿੱਚਦਾ, ਵਿੱਠ ਨਹੀਂ ਮਾਰਦਾ, ਗਰਮੀ ਜੇਠ ਦੇ ਵਿੱਚ ਆ ਕੇ ਬੈਠਾ ਹੋਵੇ ਤੇ ਗਰਮੀ ਦੇ ਵਿੱਚ ਕਬੂਤਰ ਮੇਰੇ ਖਿਆਲ ਨਾਲ ਤੇ ਮੈਂ ਵੇਖੋ ਨਾ, ਹੁਣ ਉਹ ਸਾਡੇ ਉਸਤਾਦ ਨੇ, ਅਸੀਂ ਉਹ ਆਪਣੇ ਸ਼ਾਗਿਰਦਾਂ ਨਹੀਂ ਦੱਸਾਂਗੇ, ਅਸੀਂ ਉਹ ਤੁਹਾਡੇ ਮੀਡੀਆ ਦੇ ਤੌਰ ਤੇ ਨਾ, ਮੇਰਾ ਉਸਤਾਦ ਵੀ ਕਹਿੰਦਾ ਕਿ ਆਪਣੇ ਸ਼ਾਗਿਰਦਾਂ ਨੂੰ ਹਰ ਚੀਜ਼ ਦਵੋ, ਆਪਣੇ ਹੱਥ ਨਾ ਵੱਢ ਕੇ ਕਿਸੇ ਨੂੰ ਦਵੋ। ਉਹ ਮੇਰੇ ਖਿਆਲ ਨਾਲ ਨਾ ਸਾਡਾ ਕਬੂਤਰ ਕਦੀ ਵੀ ਨਹੀਂ ਰੁਕਿਆ। ਅਸੀਂ ਉੱਡਦੇ ਰਹੇ ਹਾਂ, ਪੰਜਾਬ ਵੀ, ਜੇਠ ਵੀ ਉੱਡਦੇ ਰਹੇ ਹਾਂ, ਅਲਹਮਦੁਲਿਲਾ। ਜਿਹੜੀ ਸੰਭਾਲ ਹੈ ਨਾ ਉਸਤਾਦ ਨੇ ਦੱਸੀ ਹੋਈ, ਉਹਦੇ ਮੁਤਾਬਕ ਸਾਡਾ ਕਬੂਤਰ ਰੁਕਦਾ ਹੀ ਨਹੀਂ। ਅੱਛਾ ਉਸਤਾਦ ਜੀ, ਜਿਹੜੀ ਕੰਟਰੋਵਰਸੀ ਚੱਲ ਰਹੀ ਹੈ ਸੋਸ਼ਲ ਮੀਡੀਆ ਉੱਤੇ ਲਾਲੀ ਬਰਾਦਰਾਂ ਤੇ ਲਾਹੌਰੀਆਂ ਦੇ ਦਰਮਿਆਨ, ਇਹਦੇ ਬਾਰੇ ਕੀ ਬੋਲੋਗੇ ਤੁਸੀਂ? ਯਾਰ ਇਹ ਦੋਨੋਂ ਘਰ ਬਹੁਤ ਅੱਛੇ ਨੇ, ਚੇਅਰਮੈਨ ਸਾਹਿਬ ਬਹੁਤ ਅੱਛੇ ਇਨਸਾਨ ਨੇ, ਮੈਂ ਉਹਨਾਂ ਦੀ ਦਿਲੋਂ ਕਦਰ ਕਰਨਾ। ਕਿਉਂ ਮੈਨੂੰ ਬੇਟਾ ਕਰਕੇ ਬੁਲਾਉਂਦੇ ਹੁੰਦੇ ਸਨ, ਅੱਲਾਹ ਪਾਕ ਜਨਤਾ ਹੀ ਘਰ ਕਰੇ। ਅਸਲਮ WhatsApp ਨਾਲ ਨਾ 22 ਦਰੀਸ ਵਾਲੀ ਛੱਤ ਤੇ ਆਉਂਦੇ ਹੁੰਦੇ ਸਨ, ਕਿਉਂਕਿ ਅਸੀਂ ਉਹਨਾਂ ਦੀ ਦੱਸਦੇ ਸਨ। ਮੇਰੀ ਉਹਨਾਂ ਨਾਲ 3-4 ਮੁਲਾਕਾਤਾਂ ਨੇ। ਬਹੁਤ ਨਫੀਸ ਇਨਸਾਨ ਨੇ ਚੇਅਰਮੈਨ ਸਾਹਿਬ। ਹੋ ਜਾਂਦਾ ਬੰਦੇ ਕੋਲੋਂ ਕੋਈ ਇੰਟਰਵਿਊ, ਕੋਈ ਛੋਟੀ ਮੋਟੀ ਗੱਲ ਨਿਕਲ ਜਾਂਦੀ ਹੈ। ਲਾਲੀ ਬਹੁਤ ਹੀ ਮਿੱਠਿਆ ਹੋਇਆ ਇਨਸਾਨ ਹੈ। ਲਾਲੀ ਐਸਾ ਇਨਸਾਨ ਹੈ ਕਿ ਇੱਕ ਬੰਦੇ ਦੇ ਘਰ ਦੇ ਬਾਰੇ ਬੰਦੇ ਗੱਲਾਂ ਕਰਦੇ ਪੈਣਾ, ਉਹ ਖਾਮੋਸ਼ ਹੈ। ਮੇਰੀ ਉਸਤਾਦ ਨਾਲ ਅਗਲੇ ਦਿਨ ਵੀ ਗੱਲ ਹੋਈ ਹੈ, ਮੈਂ ਕਿਹਾ ਇਸ ਬਾਰੇ ਯਾਰ ਕੋਈ ਬਿਆਨ। ਲਾਲੀ ਮੈਨੂੰ ਇੱਕ ਹੀ ਗੱਲ ਆਖੀ, ਹੋ ਸਕਿਆ ਅਸਜਦ ਪੁੱਤਰ ਅੱਲਾਹ ਪਾਕ ਉੱਤੇ ਵੇਖਦਾ ਪਿਆ ਨਾ, ਉਹ ਬਿਹਤਰ ਇਨਸਾਫ ਕਰਨ ਵਾਲਾ, ਮੈਂ ਕੁਝ ਵੀ ਨਹੀਂ ਕਰਨਾ, ਬੰਦੇ ਆਪਣਾ ਆਪ ਵਿਖਾਉਂਦੇ ਪਏ। ਲਿਹਾਜ਼ਾ ਨਾ ਇਹ ਜਿਹੜਾ ਵੀ ਕੰਮ ਕਰਦੇ ਪਏ ਨੇ ਨਾ ਚੇਅਰਮੈਨ ਸਾਹਿਬ ਕਰਵਾਉਂਦੇ ਪਏ ਨੇ, ਨਾ ਲਾਲੀ ਕਰਵਾਉਂਦੇ ਪਏ ਨੇ। ਇਹ ਉਤਲੇ ਬੰਦੇ ਜਿਹੜੇ ਨੇ ਨਾ, ਵਿਊਜ਼ ਦੀ ਖਾਤਰ ਟਿਕਟੋਕ ਤੇ ਆਪਣੇ ਵਿਊਜ਼ ਵਧਾਉਣ ਦੀ ਖਾਤਰ ਲੱਗੇ ਹੋਏ ਨੇ। ਇਹਨਾਂ ਨੂੰ ਮੈਂ ਇੱਕ ਹੀ ਰਿਕੁਐਸਟ ਕਰਨਾ, ਇੱਕ ਹੀ ਅਰਜ਼ ਕਰਨਾ ਕਿ ਯਾਰ ਤੁਸੀਂ ਸਾਡੇ ਭਾਈ ਹੋ, ਸ਼ੌਕ ਨੂੰ ਸ਼ੌਕ ਦੀ ਹੱਦ ਤੱਕ ਰਹਿਣ ਦਿਓ। ਜਿਹੜੇ ਪਾਸੇ ਮਾਮਲਾਤ ਵਾਲੇ ਪਾਸੇ ਤੁਸੀਂ ਲੈ ਕੇ ਜਾ ਰਹੇ ਹੋ ਨਾ, ਇਹ ਸ਼ੌਕ ਖਤਮ ਹੋ ਰਿਹਾ ਹੈ। ਕਿਸ ਦਿਨ ਲੜਾਈ ਹੋ ਗਈ ਹੱਥੋਂ ਪੱਤੀ, ਇਸ ਤੋਂ ਅੱਗੇ ਹੁਣ ਗੱਲ ਲੜਾਈ ਦੀ ਰਹਿ ਗਈ ਹੋਈ ਹੈ। ਇਹ ਹੁਣ ਇਨਸਾਨ ਦੀ ਸ਼ਰਾਫਤ ਹੈ ਕਿ ਉਹ ਕਿੰਨੀ ਦੇਰ ਤੱਕ ਬਰਦਾਸ਼ਤ ਕਰ ਸਕਦਾ ਹੈ, ਔਰ ਤੁਸੀਂ ਕੀ ਕੁਝ ਨਹੀਂ ਕਰਦੇ ਪਏ। ਬਾਕੀ ਜਿਹੜਾ ਲਾਲੀ ਦੇ ਬਾਰੇ ਲੱਗੇ ਹੋਏ ਨੇ ਨਾ ਬੰਦੇ, ਕੋਈ ਵੇਖੋ ਸ਼ੌਕ ਹੈ, ਲਾਲੀ ਪਲੇਅਰ ਹੈ। ਮੈਂ ਤੁਹਾਨੂੰ ਇੱਕ ਮਿਸਾਲ ਦੇਣਾ, ਇਮਰਾਨ ਖਾਨ ਹੈ ਨਾ, ਇਮਰਾਨ ਖਾਨ ਜੇਲ੍ਹ 4 ਸਾਲ ਤੋਂ ਬੰਦ ਹੈ। ਉਹਦੀ ਫੈਨ ਫਾਲੋਇੰਗ ਵਿੱਚ ਅੱਜ ਤੱਕ ਕਮੀ ਨਹੀਂ ਕਰ ਸਕਿਆ, ਕਿਉਂਕਿ ਉਹ ਸੱਚਾ ਆਦਮੀ ਹੈ। ਲਾਲੀ ਨੂੰ ਇੱਕ ਪਾਸੇ ਖਿਲਾਰ ਲਓ, ਇੱਕ ਪਾਸੇ ਪੂਰੇ ਪੰਜਾਬ ਦਾ ਕੋਈ ਵੀ ਬੰਦਾ ਲੈ ਆਵੋ, ਠੀਕ ਹੈ ਨਾ। ਤੁਸੀਂ ਇੱਕ ਬਰਾਤ ਦੀ ਬੁਲਾ ਲਵੋ, ਮੈਂ ਤੁਹਾਨੂੰ ਮਿਸਾਲ ਦੇਣਾ, ਕਿਸੇ ਬਰਾਤ ਤੇ ਬੁਲਾ ਲਵੋ ਫੰਕਸ਼ਨ ਤੇ, ਲਾਲੀ ਦੇ ਸਟੇਜ ਦੇ ਉੱਤੇ ਰਸ਼ ਲੱਗ ਜਾਏਦਾ। ਉਹਨੂੰ ਲੋਕ ਪਿਆਰ ਕਰਦੇ ਨੇ, ਉਹਨੂੰ ਚਾਹਤ ਕਰਦੇ ਨੇ। ਤੁਹਾਡੀਆਂ ਇਹ ਜਿਹੜੀਆਂ ਗਲਤ ਹਰਕਤਾਂ ਨੇ ਨਾ, ਜਾਂ ਗਲਤ ਤੁਸੀਂ ਇਹ ਬਣਾ ਰਹੇ ਹੋ ਪੋਸਟਾਂ, ਕਦੀ ਕਿਸੇ ਦੇ ਬਾਰੇ ਕੁਝ ਕਹਿ ਰਹੇ ਹੋ, ਕਦੀ ਕਿਸੇ ਦੇ ਬਾਰੇ ਕੁਝ ਕਹਿ ਰਹੇ ਹੋ, ਇੱਥੇ ਉਹਦੀ ਨਾ ਇੱਜ਼ਤ 'ਚ ਕਮੀ ਆਉਣੀ ਹੈ, ਨਾ ਕੋਈ ਉਹਦੀ ਕਿਸੇ ਜ਼ਾਤ ਤੇ ਕੋਈ ਪਾਣਾ। ਵੇਖੋ ਗੱਲ ਹੈ ਸ਼ੌਕ ਦੀ। ਸ਼ੌਕ ਮੈਂ ਉਹਦਾ ਸ਼ਾਗਿਰਦ ਹਾਂ, 4 ਸੀਜ਼ਨ ਮੇਰੀ ਛੱਤ ਓਪਨ ਹੈ। ਤੁਹਾਨੂੰ ਏਡੀ ਵੱਡੀ ਟੈਨਸ਼ਨ ਲੱਗੀ ਹੋਈ ਹੈ ਨਾ, ਮੇਰੇ ਨਾਲ ਆ ਜਾਓ, ਮੈਂ ਪਿੱਛਾ ਕਿਸੇ ਨੂੰ ਘਰੋਂ ਕੱਲਾ ਤੇ ਮੈਂ ਆਪਣੇ ਪਿਓ ਦਾ ਨਹੀਂ ਹੈ, ਮੇਰੇ ਨਾਲ ਬਾਜ਼ੀ ਲਾ ਲਓ। ਕਬੂਤਰਬਾਜ਼ੀ ਦੀ ਗੱਲ ਹੈ ਨਾ, ਲਾਲੀ ਤਾਂ ਦੂਰ ਦੀ ਗੱਲ ਹੈ ਨਾ, ਲਾਲੀ ਦਾ ਤੇ ਰਲਣਾ ਔਖਾ ਹੈ ਨਾ। ਉਹ ਘਰ ਬੈਠਾ ਹੈ, ਉਹਦੇ ਨਾਲ ਸ਼ੌਕ ਕਰੋ। ਜਿਹੜਾ ਯਾਰ ਇਹ ਕੰਮ ਤੁਸੀਂ ਕਰਦੇ ਪਏ ਹੋ ਨਾ, ਉਹਦੀ ਫੈਮਿਲੀ ਦੇ ਬਾਰੇ, ਉਹ ਇਹ ਨੇ ਉਹ ਨੇ, ਉਹਨਾਂ ਭਾਈ ਮੈਂ ਇੱਕ ਤੁਹਾਡੇ ਜ਼ਰੀਏ ਇੱਕ ਮੈਂ ਮੈਸੇਜ ਦੇਣਾ, ਦੋਵਾਂ ਭਰਾਵਾਂ ਦੀਆਂ ਸ਼ਾਦੀਆਂ ਹੋਈਆਂ ਨੇ। ਸਾਡਾ ਪਿੰਡਾਂ ਦੇ ਵੀ ਰਿਵਾਜ ਹੈ ਕਿ ਜਿਹੜੀ ਰਿਸ਼ਤੇ ਲੱਭਣ ਵਾਲੀ ਮਾਈ ਹੁੰਦੀ ਹੈ ਨਾ, ਉਹ ਇਸ ਤਰ੍ਹਾਂ ਕਰਦੀ ਹੈ, ਇਹਦਾ ਬਾਪ ਕੌਣ, ਇਹਦੀ ਮਾਂ ਕੌਣ, ਇਹਦਾ ਦਾਦਾ ਕੌਣ। ਉਹ ਤੂੰ ਦਾਦੇ ਮਾਮੇ ਨੂੰ ਛੱਡ, ਤੂੰ ਰਿਸ਼ਤਾ ਦੇਣਾ, ਉਹਨਾਂ ਦੋਵਾਂ ਭਰਾਵਾਂ ਦਾ ਵਿਆਹ ਹੋਏ ਆ, ਸਾਨੂੰ ਦੁਬਾਰਾ ਦੋਵਾਂ ਮੁੰਡਿਆਂ ਦਾ ਵਿਆਹ ਕੋ ਨਹੀਂ ਕਰਨਾ, ਦੋਵਾਂ ਕੋਲ ਲਾ ਦੇ। ਤੂੰ ਭਾਈ ਕਿਤੇ ਹੋਰ ਦੇ ਜਾ ਕੇ ਰਿਸ਼ਤਾ ਕੱਢ ਤੇ ਮਿਹਰਬਾਨੀ ਕਰ। ਗੱਲਾਂ ਸਾਨੂੰ ਵੀ ਬੜੀਆਂ ਆਉਂਦੀਆਂ ਨੇ, ਤੇ ਸ਼ੌਕ ਵਾਲੇ ਪਾਸੇ ਆਓ। ਤੁਹਾਨੂੰ ਐਡੀ ਉਹਨਾਂ ਨਾਲ ਟੱਸ ਵਾਲੇ ਨਾ ਪੂਰਾ ਆਓ, ਮੇਰੇ ਨਾਲ ਲਾ ਲਓ ਬਾਜ਼ੀਆਂ, ਸ਼ੌਕ ਮੇਰੇ ਨਾਲ ਕਰ ਲਓ। ਉਸਤਾਦ ਮੇਰੇ ਦੇ ਬਾਰੇ ਤੁਸੀਂ ਗੱਲਾਂ ਕਰਦੇ ਹੋ, ਲੇਕਿਨ ਯਾਰ ਇਹ ਕੰਮ ਚੰਗਾ ਨਹੀਂ ਹੈ, ਇਨਸਾਨੀਅਤ ਨਹੀਂ ਹੈ ਜਿਹੜਾ ਤੁਸੀਂ ਕਰਦੇ ਪਏ। ਇਹਦੇ ਨਾਲ ਲਾਲੀ ਦੀ ਇੱਜ਼ਤ ਨੂੰ 1% ਵੀ ਜਿਹੜਾ ਨਾ ਉਹ ਕਮੀ ਨਹੀਂ ਆਈ। ਤੁਸੀਂ ਵੇਖ ਲਓ ਜਿੱਥੇ ਜਾ ਰਹੇ ਨੇ ਲੋਕ, ਉਹਨਾਂ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਮੁਹੱਬਤ ਕਰਦੇ ਨੇ। ਲਾਹੌਰ ਉਹਨਾਂ ਦੇ ਪਿੱਛੇ ਜਿੰਨੀ ਕੁ ਦੁਨੀਆ ਗਈ ਏ, ਬੰਦੇ ਜ਼ਲੀਲ ਹੋ ਗਏ ਨੇ, ਗਲੀਆਂ ਦੇ ਵਿੱਚ ਖਲੋ ਕੇ ਮੁਹੱਬਤ ਨੂੰ ਗਏ ਨੇ, ਕਿ ਹੋਰ ਉੱਥੇ ਕੋਈ ਖਾਣ ਪੀਣ ਗਏ ਸਨ ਬੰਦੇ। ਸਾਜੀ ਐਸੇ ਹੀ ਹੈ, ਸਾਡੇ ਇੱਥੋਂ ਸਿਆਲਕੋਟ ਤੋਂ ਅਸੀਂ ਵੇਖਿਆ ਸੀ ਲੋਕ ਫਸਟ ਟਾਈਮ ਇੰਨਾ ਇੰਟਰਸਟ ਲਿਆ ਸੀ। ਫਿਰ ਤੁਸੀਂ ਬਾਈ ਵੇਖੋ ਨਾ, ਕਿਉਂ ਇੰਜ ਕਰਦੇ ਪਏ ਹੋ, ਕਿਉਂ ਉਹਦੀ ਜ਼ਾਤ ਦੇ ਉੱਤੇ ਤੁਸੀਂ ਦੁੱਖ ਲੱਗਦਾ ਹੈ ਨਾ। ਤੁਸੀਂ ਸ਼ੌਕ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ, ਠੀਕ ਹੈ। ਲਿਹਾਜ਼ਾ ਮੇਰਾ ਯਾਰ ਜਿਹੜਾ ਵੀ ਇਹ ਬੰਦਾ ਕਰ ਰਿਹਾ ਨਾ,
ਮੇਰੀ ਯਾਰ ਰਿਕੁਐਸਟ ਹੈ, ਤੁਸੀਂ ਵੀ ਸਾਡੇ ਭਾਈ ਹੋ, ਸਾਡੇ ਲਾਹੌਰ ਵਾਲੇ ਵੀ ਭਾਈ ਨੇ, ਸਾਡੇ ਵੀ ਭਾਈ ਨੇ, ਇਸ ਚੀਜ਼ ਨੂੰ ਤੁਸੀਂ ਭੁੱਲ ਕਿਉਂ ਨਹੀਂ ਜਾਂਦੇ? ਲਾਹੌਰ ਵਿੱਚੋਂ ਲਾਲੀ ਵਾਪਸ ਆ ਗਏ ਨੇ, ਹੁਣ ਸ਼ੌਕ ਪੰਜਾਬ ਦਾ ਕਰਦੇ ਪਏ ਨੇ, ਲਾਹੌਰੀਏ ਸਾਡੇ ਵੀਰ ਭਰਾ ਉੱਥੇ ਆਪਣਾ ਸ਼ੌਕ ਕਰਦੇ ਪਏ ਨੇ, ਭੁੱਲ ਜਾਓ ਯਾਰ, ਉਹ ਕੰਮ ਮੁੱਕ ਗਿਆ, ਬਾਜ਼ੀ ਉੱਡੀ ਹੈ, ਨਹੀਂ ਉੱਡੀ, ਡੇਢ ਸਾਲ ਖਤਮ ਹੋ ਗਿਆ। ਹੁਣ ਰੋਜ਼ ਜੀ ਤਮਾਸ਼ਾ ਬਣਿਆ ਹੋਇਆ, ਕੋਈ ਚੇਅਰਮੈਨ ਸਾਹਿਬ ਦੇ ਬਾਰੇ ਲਾ ਰਿਹਾ, ਕੋਈ ਇਧਰੋਂ ਉਧਰੋਂ ਲਾ ਲਿਆ, ਔਰ ਮੈਂ ਤੁਹਾਨੂੰ ਇਹ ਯਕੀਨ ਨਾਲ ਕਹਿਣਾ ਕਿ ਕੋਈ ਬੰਦਾ ਨਾ ਚੇਅਰਮੈਨ ਸਾਹਿਬ ਦਾ ਕਰ ਰਿਹਾ ਲਾਲੀਆਂ ਦੇ ਬਾਰੇ, ਨਾ ਲਾਲੀਆਂ ਦਾ ਕਰ ਰਿਹਾ ਉਹਨਾਂ ਦੇ ਬਾਰੇ, ਇਹ ਉਤਲੀ ਬਾਹਰ ਆਵਾਮ ਜਿੰਨੇ ਵੀ ਕਰਦੇ ਪਏ ਨੇ ਬਾਹਰ ਬੈਠੇ ਹੋਏ ਨੇ ਸਿਰਫ ਵਿਊਜ਼ ਵਾਸਤੇ, ਆਪਣੇ ਵਿਊਜ਼ ਵਾਸਤੇ। ਔਰ ਸੁਣ ਅਗੋ ਵੇਖੋ ਉਹਨਾਂ ਦੇ ਕਦੀ ਕਮੈਂਟਸ ਪੜ੍ਹੇ ਜੇ? ਜੀ ਪੜ੍ਹੇ ਨੇ। ਜਿੱਥੇ ਖਾਨ ਸਾਹਿਬ ਦੇ ਬਾਰੇ, ਲਾਲੀ ਦੇ ਬਾਰੇ ਕੋਈ ਵੀ ਬੰਦਾ ਅਗਰ ਗਲਤ ਚੜ੍ਹਦਾ ਨਾ, ਉਹਦੇ ਥੱਲੇ ਕਮੈਂਟਸ ਪੜਿਆ ਕਰੋ, ਕਿੰਨਾ ਕੁਛ ਲੋਕ ਬੁਰਾ ਭਲਾ ਕਹਿੰਦੇ ਨੇ ਉਹਨਾਂ ਨੂੰ, ਐਸਾ ਹੀ ਫਿਰ ਵੀ ਸ਼ਰਮ ਨਹੀਂ ਆਉਂਦੀ ਪਈ ਯਾਰ। ਉਸਤਾਦ ਜੀ ਮੇਰੇ ਸਾਹਮਣੇ ਕਲਿੱਪ ਗੁਜ਼ਰਿਆ ਸੀ ਇੱਕ ਲਾਹੌਰ ਦੇ ਉਸਤਾਦ ਹਨ, ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹ ਕਹਿ ਰਹੇ ਹਨ, ਨਾਲ ਵੀਡੀਓ ਦਿਖਾ ਰਹੇ ਹਨ ਕਬੂਤਰਾਂ ਦੀ, ਤੇ ਕਹਿ ਰਹੇ ਹਨ ਕਿ ਇਹਦੇ 'ਚ ਪੱਟੀ ਵਾਲਾ ਕਰਾਸ ਹੈ, ਇਹਦੇ ਬਾਰੇ ਤੁਸੀਂ ਕੀ ਬੋਲੋਗੇ? ਕਿੰਨਾ ਦੇ ਪੱਟੀ ਵਾਲੇ ਨੇ? ਪਿਪਲਾਂ ਵਾਲੇ ਦੇ ਜਿਹੜੇ? ਨਹੀਂ 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 ਨਹੀਂ, ਉਹ ਜਿੱਥੇ ਹੱਥ ਨਾ ਪਹੁੰਚੇ ਥੂ ਕੌੜੀ, ਕੋਈ ਕਬੂਤਰ ਪੱਟੀ ਪੁੱਟੀ ਵਾਲੇ ਨਹੀਂ ਹੈ ਯਾਰ। ਪੰਜਾਬ ਨੇ ਸਾਡੇ ਕੋਲ ਨਾ ਇੱਕ ਕ੍ਰਾਈਟੇਰੀਆ ਬਣਾ ਛੜਿਆ, ਤੁਹਾਡੇ ਪੱਟੀ ਵਾਲੇ ਨੇ ਤੁਸੀਂ ਜਿਹੜੇ ਵੀ ਉਹਨਾਂ ਕਲਰ ਵਾਜ਼ਿਆ ਮੈਂਸ਼ਨ ਕਰ ਛੜਿਆ, ਸਫੈਦ ਚਿੱਟਾ ਕਬੂਤਰ, ਕਾਲੀ ਅੱਖ, ਪੀਲੀ ਅੱਖ, ਟੀਰੀ ਅੱਖ, ਉਸ ਤੋਂ ਇਲਾਵਾ ਕਬੂਤਰ ਸਮਾਨ ਚ ਬਲੰਦੀ ਜਾ ਕੇ ਉੱਡੇ ਡਾਓ। ਸਾਡਾ ਇੱਕ ਅਸੂਲ ਕਾਨੂੰਨ ਪੰਜਾਬ ਨੇ ਵਾਜ਼ਿਆ ਕਰ ਦਿੱਤਾ ਹੈ, ਉਹਦੇ ਤੋਂ ਬਾਅਦ ਇਹ ਗੱਲ ਕਰਨੀ ਨਹੀਂ ਚਾਹੀਦੀ। ਤੁਸੀਂ ਵੀ ਬਣਾ ਲਓ ਇੰਦੇ, ਤੁਸੀਂ ਕਿਉਂ ਨਾ ਉਡਾ ਸਕਦੇ ਉਹਨਾਂ ਦੇ ਖਿਲਾਫ? ਉਸਤਾਦ ਜੀ ਇਖਤਲਾਫਾਤ ਮੁਖਾਲਫਤ ਇੱਕ ਸਾਈਡ ਤੇ, ਤੁਹਾਨੂੰ ਮਲਕ ਮੁੰਤਜ਼ਰ ਮੇਦੀ ਦੀ ਪਰਫਾਰਮੈਂਸ ਕੈਸੀ ਲੱਗੀ? ਬਹੁਤ ਅੱਛੇ ਕਬੂਤਰ ਉੜੇ ਨੇ। ਮੈਂ ਭਾਈ ਅੱਗੇ ਅਰਜ਼ ਕੀਤੀ ਹੈ, ਕਬੂਤਰਬਾਜ਼ੀ ਦੇ ਵਿੱਚ 2 ਘੁੱਲ ਪਾਣੇ, ਇੱਕ ਜਿੱਤਣਾ ਹੈ ਕਰਨਾ ਹੈ, ਠੀਕ ਹੈ। ਜਿਸ ਤਰੀਕੇ ਨਾਲ ਇਹ ਲੋਕ 2 ਸਾਲ ਆਪਣਾ ਪੈਸਾ ਜ਼ਾਇਆ ਕਰਕੇ, ਵਸਾਇਲ ਜ਼ਾਇਆ ਕਰਕੇ, ਬੰਦੇ ਪ੍ਰੋਪਰ ਉੱਥੇ ਬੈਠੇ ਨੇ, ਉਹਨਾਂ ਦਾ ਕਿਚਨ ਚੱਲਦਾ ਰਿਹਾ, ਕਬੂਤਰ ਲੈ ਕੇ ਗਏ ਨੇ, ਇੱਕ ਨਵੀਂ ਹਰ ਚੀਜ਼ ਬਣਾ ਕੇ ਪ੍ਰੋਪਰ। ਮੈਂ ਆਪਣੇ ਘਰ ਤੋਂ 2 ਦਿਨ ਦੂਰ ਰਵਾਂ ਤੇ ਮੇਰਾ ਇੰਸੋੜ ਜੀ ਪੈਣ ਲੱਗ ਪੈਂਦੀ। ਉਹ ਬੰਦਾ 2 ਸਾਲ ਤੋਂ ਮੁਸਲਸਲ ਜਾ ਰਿਹਾ ਆ ਰਿਹਾ, ਉਹਦੇ ਪਿੱਛੇ ਇੱਕ ਮਿਹਨਤ ਕਰਕੇ, ਤੇ ਪਿੱਛੇ ਗੱਲ ਰਹਿ ਗਈ ਹਾਰ ਜਿੱਤ ਦੀ, ਤੇ ਹਾਰ ਦੇ ਵਿੱਚ ਵੀ ਮੇਰੇ ਖਿਆਲ ਨਾਲ 48 ਕੁ ਘਰਾਂ ਕੋਲ ਤੇ ਉਹ ਬਾਜ਼ੀ ਵਿਨ ਕਰ ਚੁੱਕੇ ਸਨ। 2 ਘਰਾਂ ਨਾਲ ਬਾਜ਼ੀ ਹੈ ਸੀ ਜਿਹੜੀ ਦੂਸਰਾ, ਉਹ ਵੀ 3-3 ਬਰਾਬਰ ਹੋ ਗਈਆਂ ਸਨ ਯਾਰ। ਉਹ ਇੱਕ ਅਲੱਗ ਮੈਟਰ ਹੈ, ਹਾਰ ਹੋ ਜਾਂਦੀ ਜਾਂ ਜਿੱਤ ਹੋ ਜਾਂਦੀ, ਹਾਰ ਹੋ ਜਾਂਦੀ ਜਾਂ ਜਿੱਤ ਹੋ ਜਾਂਦੀ ਯਾਰ। ਉਹਦਾ ਇਹ ਮਕਸਦ ਨਹੀਂ ਹੈ ਕਿ ਬੰਦਾ ਇੱਕ ਦੂਜੇ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦੇਵੇ ਮੀਡੀਆ ਦੇ ਉੱਤੇ। ਔਰ ਮੁੰਤਜ਼ਰ ਮੇਦੀ ਦੇ ਬਹੁਤ ਅੱਛੇ ਕਬੂਤਰ ਉੜੇ ਨੇ, ਜਿਹੜੀ ਗੱਲ ਕਰਨ ਵਾਲੀ ਹੈ ਓਵਰਆਲ ਉਹ ਇੱਕ ਕਬੂਤਰਬਾਜ਼ੀ ਹੈ। ਮੈਂ ਡਿਸਕਸ ਕਰ ਰਿਹਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਹੰਗਾਮਾ ਬਰਪਾ ਹੋਇਆ, ਇਹਦੇ ਤੋਂ ਬਰਾਏ ਮਿਹਰਬਾਨੀ ਮੇਰੀ ਰਿਕੁਐਸਟ ਹੈ, ਜਿਹੜਾ ਜੀ ਇਹ ਕਰਨ ਡਿਆ ਹੋਇਆ, ਤੈਨੂੰ ਭਾਈ ਫਾਲੋਵਰ ਦੀ ਜ਼ਰੂਰਤ ਹੈ, ਜਿਹੜੇ ਵਿਊਜ਼ ਦੀ ਜ਼ਰੂਰਤ ਹੈ ਨਾ ਯਾਰ, ਕੋਈ ਹੋਰ ਕੰਮ ਕਰ ਲੈ, ਇਹਨਾਂ 2 ਘਰਾਂ ਨੂੰ ਆਪਸ ਵਿੱਚ ਲੜਾ ਨਾ, ਤੇਰੀ ਮਿਹਰਬਾਨੀ, ਮੇਰੀ ਤੇ ਰਿਕੁਐਸਟ। ਉਸਤਾਦ ਜੀ ਕਿਆ ਤੁਹਾਨੂੰ ਆਈਡੀਆ ਸੀ ਕਿ ਇੰਨਾ ਟਫ ਟਾਈਮ ਮਿਲੇਗਾ? ਕਿਸ ਦਾ? ਮਲਕ ਮੁੰਤਜ਼ਰ ਮੇਦੀ ਦੇ ਲੋ ਯਾਰ ਮਿਹਨਤ ਜਦੋਂ ਇੱਕ ਬੰਦਾ ਮਿੱਥ ਕੇ ਚੀਜ਼ ਕਰਦਾ ਹੈ ਨਾ, ਉੱਥੇ ਵੀ ਫਿਰ ਸਾਰਾ ਫੋਕਸ ਸੀ, ਇਸ ਬਾਜ਼ੀ ਤੇ ਫੋਕਸ ਸੀ, ਕਿਉਂਕਿ ਬਾਜ਼ੀ ਦੀ ਡਿਮਾਂਡ ਇਹ ਸੀ ਕਿ ਅਗਰ ਲਾਲੀ ਹਰਾਇਆ ਨਾ ਇਹਨੂੰ, ਤੇ ਲਾਲੀ ਸਾਰੀ ਉਮਰ ਵੀ ਨਾ ਹਰਾਇਆ ਉੱਥੇ ਸ਼ੌਕ ਕਰੇਗਾ। ਉਹਨਾਂ ਹਰਨਾ ਨਹੀਂ ਸੀ, ਇਹ ਨਾ ਜਿੱਤਣਾ ਸੀ। ਉਹਨਾਂ ਵੀ ਆਪਣਾ ਟਾਈਮ ਆਪਣਾ ਦਿੱਤਾ ਹੋਇਆ ਸੀ, ਦੂਸਰਾ ਮਿਹਨਤ ਕੀਤੀ ਹੋਈ ਸੀ, ਉਹਦੇ ਬਹੁਤ ਅੱਛੇ ਕਬੂਤਰ ਉੜੇ ਨੇ, ਠੀਕ ਹੈ। ਮੁਕਾਬਲਾ ਉਹਨਾਂ ਦਾ ਚੱਲਦਾ ਪਿਆ ਸੀ, ਲੇਕਿਨ ਬੇਸਿਕਲੀ ਕਬੂਤਰ ਬਹੁਤ ਅੱਛੇ ਉੜੇ ਨੇ ਉਹਦੇ। ਉਸਤਾਦ ਜੀ ਇੱਕ ਸਵਾਲ ਸਾਡੇ ਕੋਲ ਆਇਆ ਸੀ, ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ, ਉਹਦੇ 'ਚ मलिक यासर साहब ने फरमा रहे ने असद चदर का इंटरव्यू करें और उनसे पूछें कि 2027 जेठ में मुकाबला होगा नमान बट के साथ या अंजम वाली छत से होगा? जी बिल्कुल, इंशाअल्लाह अल्लाह पाक खैर करे, जिंदगी होवे साडी भी भाई अंजम दी भी साडा बड़ा प्यार वाला भाई है। नमान बट साहब उस्ताद ने, इज्जत दी थां ते ने, गल कबूतरां दे शौक दी है। ਅਸੀਂ ਮਿਹਨਤ ਵਿੱਚ ਆ, ਮੈਂ ਤਕਰੀਬਨ ਮੇਰੇ ਕੋਲ ਪਰਿੰਦੇ ਨਹੀਂ ਹੈ, ਲੇਕਿਨ ਮੈਂ ਉਹਨਾਂ ਦੇ ਜ਼ਿਹਨ ਉੱਤੇ ਨਾ 300 200 ਤੇ 90 ਕਬੂਤਰ ਪੁੱਟਿਆ ਹੋਇਆ ਹੈ। ਇਹਨਾਂ ਦੇ ਵਿੱਚੋਂ ਤਕਰੀਬਨ 100 ਤੇ 10 ਜਾਂ 20 ਕਬੂਤਰ ਮੈਂ ਸੂਈ ਬਾਹਰ ਕੱਢਨੇ ਨੇ, ਬਾਕੀ ਕੁਝ ਮੈਂ ਬੱਚੇ ਉੱਤਰ 100 ਕੁ ਛੋੜੇ ਹੋਏ ਨੇ। ਸਾਡੀ ਕੋਸ਼ਿਸ਼ ਇਹ ਅਸਾਂ ਉੜਨਾ ਹੈ, ਭਾਵੇਂ ਅਸੀਂ ਹਾਰ ਗਏ। ਗੱਲ ਪਤਾ ਕੀ ਹੈ, ਉਹਨਾਂ ਮੇਲਾ ਲਾਣਾ, ਅਸੀਂ ਮੇਲੇ ਦੀ ਗੋਠ ਦੇ ਵਿੱਚ ਚੁੱਭੀ ਜ਼ਰੂਰ ਰੱਖਾਂਗੇ, ਭਾਵੇਂ ਸਾਡਾ ਮੂੰਹ ਸੜ ਗਿਆ, ਹਾਰ ਜਾਾਂਗੇ ਨਾ, ਅਸਾਂ ਉੱਡਣਾ ਜ਼ਰੂਰ ਹੈ। ਉਸਤਾਦ ਜੀ ਅਸੀਂ ਵੇਖਨੇ ਆ ਕੋਈ ਵੀ ਸੀਜ਼ਨ ਹੋਵੇ ਜੀ, ਤੁਹਾਡੀ ਪਹਿਲਾਂ ਸਭ ਤੋਂ ਪਹਿਲਾਂ ਆਵਾਜ਼ ਆਉਂਦੀ ਹੈ ਪੂਰੇ ਪੰਜਾਬ ਵੱਲੋਂ ਦੀ ਚੈਲੰਜ ਵਾਸਤੇ ਜੀ, ਇਹਦੇ ਬਾਰੇ ਕੀ ਬੋਲੋਗੇ? ਯਾਰ ਅਸਾਂ ਨਾ ਸ਼ੌਕ ਇੱਕ ਜਨੂਨ ਦੀ ਤਰ੍ਹਾਂ ਕਰਨੇ ਆ। ਤੁਹਾਨੂੰ ਅੱਗੇ ਦੱਸਿਆ ਕਿ ਮੈਨੂੰ ਹੋਰ ਕੰਮ ਕੋਈ ਨਹੀਂ, ਤੇ ਜੇ ਮੈਂ ਇਹ ਵੀ ਨਹੀਂ ਕਰਨਾ ਤੇ ਫਿਰ ਮੈਨੂੰ ਜੀਣ ਦਾ ਹੱਕ ਕੋਈ ਨਹੀਂ ਹੈ। ਮੈਂ ਸਿਰਫ ਕਬੂਤਰ ਉਡਾਨਾ। ਇਹ ਜਿਹੜਾ ਸੀਜ਼ਨ ਅਸੂ ਦਾ ਆ ਰਿਹਾ, ਇਹ ਤੇ ਕਿੰਨੇ ਘਰਾਂ ਨਾਲ ਮੁਕਾਬਲਾ ਜਾਂ ਤੈਅ ਪਾ ਚੁੱਕੇ ਨੇ ਤੁਹਾਡੇ?
33 ਘਰਾਂ ਨਾਲ ਲੱਗ ਗਈ ਹੈ ਬਾਜ਼ੀ। सेंचुरी का उम्मीद है, कोशिश है और रिक्वेस्ट भी है। सारे दोस्त मेरे नाल मुकाबला खेलते ने, क्यों मेरे रीफ बाइज्जत ने, मैं उन्होंने इज्जत करना, वो मेरी इज्जत करते हैं। लोगों दी 10-10 15-15 लगियां होणगियां फोन करके, मैं अजे तक एक बाजी खुद नहीं लगाई है, मैनू फोन करके जी लगाते पे ने। 50 हो लैन, 50 तो बाद 50 कराना मैं आप ला लैनी है, क्योंकि साडा शौक हुंदा है ना। असी जुआ कदी खेलिया, असी शौक है, चाहे एक मठियाई की टोकरी का कुका भी असी करना है। सही हो गया उस्ताद जी। ਜਿਹੜੀ ਪਾਰਟੀਆਂ ਅੱਜ ਕੱਲ ਲੱਗੀਆਂ ਨੇ ਆਪਸ 'ਚ ਇਤਫਾਕ ਕਰ ਲੈਂਦੀਆਂ, ਇਹਦੇ ਬਾਰੇ ਕੁਝ ਬੋਲੋ। ਇਹ ਗਲਤ ਚੀਜ਼ ਹੈ, ਇਹ ਗਲਤ ਚੀਜ਼ ਹੈ। ਜਿੰਦੇ ਕੋਲ ਨਹੀਂ ਰਲਿਆ ਜਾਂਦਾ ਉਹਦੇ ਨਾਲ ਰਲ ਕੇ ਜਾ ਕੇ ਬਹਿ ਜਾਓ। ਇਹ ਬੜਾ ਕੰਮ ਗਲਤ ਹੋ ਰਿਹਾ। ਮੈਂ ਤੁਹਾਡੇ ਜ਼ਰੀਏ ਨਾਲ ਨਾ ਮੀਡੀਆ ਦੇ ਤਵਸਲ ਨਾਲ ਇਹ ਜਿਹੜਾ ਕੰਮ ਆਕਬ ਭਾਈ ਹੋ ਰਿਹਾ ਨਾ, ਇਹ ਬਹੁਤ ਗਲਤ ਹੋ ਰਿਹਾ। ਇਹ ਸ਼ੌਕ ਖਤਮ ਹੋ ਰਿਹਾ। ਸ਼ੌਕ ਪਤਾ ਕੀ ਹੈ? ਨਹੀਂ, ਆਉਣ ਵਾਲੀ ਜਿਹੜੀ ਜਨਰੇਸ਼ਨ ਨੂੰ ਕੀ ਸਬਕ ਦੇ ਸ਼ੌਕ ਬਾਜ਼ੀ ਦਾ ਬਸ। ਕੱਪ ਹੈ ਤੁਹਾਡੀ ਲੱਕ, ਕੱਪ ਦੇ ਵਿੱਚ 100 ਛੱਤ ਉੱਡਦੀ ਪੈਂਦੀ ਹੈ, 5-7-10 ਨਾਮ ਹੁੰਦੇ ਨੇ, ਔਰ ਉਹ ਤੁਹਾਡੇ ਲੱਕ ਚੱਲਦੀ ਹੈ। 1 to 1 ਹੀ ਮੁਕਾਬਲੇ ਅਸਲ ਇਸ ਸ਼ੌਕ ਦਾ ਹੁਸਨ ਹੈ, ਔਰ 1 to 1 ਮੁਕਾਬਲੇ ਨਹੀਂ ਹੋਣਗੇ, ਤੁਹਾਡੀ ਮੁਨਸਫੀ ਨਹੀਂ ਹੋਏਗੀ। ऐसा ही 1 to 1 ਮੁਕਾਬਲੇ ਦਾ ਮੁਨਸਫ ਗਿਆ ਹੋਏਗਾ ਤੇ ਕੱਪ ਦਾ ਮੁਨਸਫ ਗਿਆ ਹੋਏਗਾ, ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਸਾਰੀ ਗੱਲ ਆਪਸ ਵਿੱਚ ਲੱਗੇ ਜਿਹੜੀ ਤੁਸੀਂ ਅੱਗੇ ਦੱਸੀ ਹੈ ਨਾ ਪੀਪਲਾ ਕਿਲੀਏ ਹੇਲ ਗਰੁੱਪ ਜਿੱਦਾਂ, ਕਿਉਂ ਇਹਨਾਂ ਦੀ ਸਭ ਦਾ ਵੱਡਾ ਰਾਜ਼ ਪਤਾ ਜੀ ਕੀ ਹੈ? ਇਹ ਮੁਨਸਫ ਆਪਣਾ ਭੇਜਦੇ ਜੀ। ਇਹਨਾਂ ਦਾ 50 ਘਰਾਂ ਨਾਲ ਬਾਜ਼ੀ ਸੀ ਲਾਲੀ ਦੀ ਲਾਹੌਰ, 50 ਦਾ 50 ਮੁਨਸਫ। ਮੈਂ ਖੁਦ ਗਿਆ ਮੁਨਸਫ ਇੱਥੇ ਪੰਜਾਬ ਦੇ ਵਿੱਚ ਸ਼ੇਖ ਗੁਲਜ਼ਾਰ ਸਾਹਿਬ ਵੱਲ। ਸਾਡੇ ਮੁਨਸਫ ਇਹਨਾਂ ਦੇ ਆਪਣੇ ਜ਼ਾਤੀ ਹੁੰਦੇ ਜੇ, ਮੁਨਸਫ ਉੱਤੇ ਕੰਪਰੋਮਾਈਜ਼ ਨਹੀਂ ਜੇ ਕਰਦੇ ਜਿਸ ਤੋਂ ਇਹ ਮੁਕਾਬਲੇ ਜਿੱਤਦੇ ਜੇ। ਨਾ ਮੁਨਸਫ ਨੇ ਕਿਸੇ ਦਾ ਹੱਕ ਰੱਖਣਾ ਤੇ ਨਾ ਨਾਹਕੀ ਹੋਣ ਦੇਣੀ ਹੈ। ਜਦੋਂ ਤੁਹਾਡਾ ਪਰਸਨਲ ਮੁਨਸਫ ਗਿਆ ਹੋਣਾ ਨਾ, ਮੁਨਸਫੀ ਉਦੋਂ ਹੀ ਹੈ। ਕੱਪ ਦਾ ਮੁਨਸਫ ਤੇ ਤੁਹਾਡਾ ਹੁਣ ਫਰਜ਼ ਕਰੋ ਤੁਹਾਨੂੰ ਬੰਦਾ ਨਹੀਂ ਮਿਲਦਾ ਪਿਆ, ਤੁਸੀਂ ਫੋਨ ਆ ਜਾਣਾ ਪੰਜਾਬ ਦਾ, ਯਾਰ ਉਹਦੇ ਇੱਕ ਮੁੰਡਾ ਘੱਲ ਦੇ, ਮੈਂ ਉਹਨੂੰ 500 ਰੁਪਇਆ 1000 ਰੁਪਇਆ ਦਿਹਾੜੀ ਦੇ ਕੇ ਬੰਦਾ ਘੱਲਦਾ, ਉਹਦੀ 5-6 ਲੱਖ ਰੁਪਇਆ ਕੱਪ ਦੀ ਇਨਾਮ ਲੱਗਦਾ ਪਿਆ, ਉਹ ਰੁਪਇਆ 20000 ਰੁਪਇਆ ਉਹਦੀ ਜੇਬ ਵਿੱਚ ਦੇਵੇ, ਜਿਵੇਂ ਮਰਜ਼ੀ ਲਿਖਵਾ ਲਵੇ। ਜਿੱਥੋਂ ਵੀ ਆਇਆ ਲਿਖੀ। ਇਸ ਗੱਲ ਦਾ ਨੇੜਾ ਨਾ ਉਹ ਰਾਜਾ ਕਾਕਾ ਸਾਹਿਬ ਨੇ ਵੀ ਬੋਲਿਆ ਸੀ। ਉਹ ਬੋਲਿਆ ਸੀ ਕਿ ਜਿਹੜੇ ਪਿਪਲਾਂ ਵਾਲੇ ਨੇ ਨਾ, ਮੁਨਸਫ ਜਿਹੜੇ ਨੇ ਨਾ ਤਗੜਾ ਭੇਜਦੇ ਨੇ, ਜਿਹੜੇ ਪੂਰੀ ਕੈਡ ਕਰਦੇ ਨੇ। ਭਾਈ ਕੈਡ ਨਹੀਂ, ਇਹ ਕਸੂਲ ਹੈ, ਕ੍ਰਾਈਟੇਰੀਆ ਹੈ, ਉਹਦੇ ਮੁਤਾਬਕ ਮੁਨਸਫੀ ਕਰਨ ਜਾ ਕੇ। ਇਹ ਤਾਂ ਨਹੀਂ ਹੈ ਕਿ ਹੁਣ ਜਿਹੜਾ ਮਸਲਨ ਨਾ ਹੱਕਾ ਬੰਦਾ ਮੁਨਸਫ ਹੁਣ ਘਾਲ ਛੜੇ ਤੇ ਉਹ ਆਖੇ ਵੀ ਮੈਂ ਇੰਜ ਨਹੀਂ ਤੇ ਇੰਜ ਕਰਨਾ ਹੈ। ਨਹੀਂ, ਉਹਨਾਂ ਤਾਰੀਫ ਹੀ ਕੀਤੀ ਸੀ। ਮੈਂ ਕਿ ਉਹ ਮੁਨਸਫ ਭਾਈ ਜਿਹੜਾ ਮੁਨਸਫ ਭੇਜਦੇ ਨੇ ਸਾਡੇ ਤੋਂ ਐਸਾ ਵਾ ਨਾ, ਜਿਸ ਦਿਨ ਰੌਲਾ ਪੈ ਗਿਆ ਸੀ ਕੱਟਣ ਕਟਾਣ ਕਬੂਤਰ ਵਾਲਾ, ਤੇ ਇੱਕ ਹੀ ਮੈਸੇਜ ਹੋਇਆ ਸੀ ਜਦੋਂ ਇਹਨਾਂ ਦੇ ਨਾਂ ਨਾਲ ਹੀਤੇ ਤੇ ਹਰ ਘਰ ਦੇ ਕੱਟੇ ਗਏ ਸਨ। ਕਿਉਂ ਕਟੀਤੇ ਸਨ? ਮੁਨਸਫ ਸਾਈਆਂ ਦੇ ਜ਼ਾਤੀ ਬੈਠੇ ਹੋਏ ਸਨ, ਤੇ ਜੇ ਮੁਨਸਫ ਕੱਪਾਂ ਦੇ ਉੱਤੇ ਤੇ ਉਹਨਾਂ ਆਪਣੀ ਮਰਜ਼ੀ ਕਰਨੀ ਹੈ, ਇਹਨਾਂ ਦੀ ਗੱਲ ਸਾਈਆਂ ਕੋ ਨਹੀਂ ਸੀ ਸੁਣਨੀ। ਐਸੇ ਉਸਤਾਦ ਤੁਸੀਂ ਚੈਂਪੀਅਨ ਪੰਜਾਬ ਕਿਦੋਂ ਹੋਏ ਸੀ? 2023 ਦੇ 76 ਚੈਂਪੀਅਨ ਪੰਜਾਬ ਹੋਏ ਸਾਂ ਸੀ। ਅੱਛਾ, ਸ਼ੁਰੂ ਤੋਂ ਸਟਾਰਟ ਤੋਂ ਜਿੰਨੇ ਕੱਪ ਵਨਡੇ ਉੱਡੇ ਸਾਂ ਚੈਂਪੀਅਨ ਹੋਇਆ। 3 ਰੋਜ਼ਾ, 4 ਰੋਜ਼ਾ, 5 ਰੋਜ਼ਾ। ਸਾਡੇ 2 ਬੱਚੇ ਨਹੀਂ ਸੀ ਬੈਠੇ, ਅਸੀਂ ਦੂਸਰੇ ਤੇ ਆਏ ਸਾਂ। ਆਸਮ ਉਸਤਾਦ ਆਸਮ ਗੁੱਜਰ ਸੰਭੜਿਆਲ ਤੋਂ, ਉਹ ਪਹਿਲੇ ਤੇ ਆ ਗਿਆ ਸਨ, ਅਸੀਂ ਦੂਸਰੇ ਤੇ ਆਏ ਸਾਂ। 5 ਰੋਜ਼ਾ 'ਚ 3 ਰੋਜ਼ਾ ਦੇ ਵੀ 4 ਰੋਜ਼ਾ ਦੇ ਵੀ ਸੀ ਚੈਂਪੀਅਨ। ਉਸ ਤੋਂ ਬਾਅਦ ਲਾਤਦਾਦ ਵਨਡੇ ਕੱਪਾਂ ਦੇ ਵੀ ਸੀ ਚੈਂਪੀਅਨ। ਕਬੂਤਰ ਵੀ ਅਲਹਮਦੁਲਿਲਾ ਸਾਡਾ ਚੈਂਪੀਅਨ ਬੈਠਾ ਹੋਇਆ 1-2 ਦਫਾ। ਪਿੱਛੇ 10 ਵਜੇ 'ਚ ਵੀ ਮੇਰਾ ਕਬੂਤਰ 5 ਰੋਜ਼ਾ ਚੈਂਪੀਅਨ ਸੀ ਪੰਜਾਬ ਦਾ ਸਾਹਿਬ। ਹਾਂ, ਉਸ ਤੋਂ ਇਲਾਵਾ ਵਨਡੇ ਇੱਕ ਉਸਤਾਦ ਅਖਤਰ ਵਾਲਾ ਸੀ, ਹੋਰ ਕਾਫੀ ਕੱਪ ਸਨ ਭਾਈ ਆਬਦ ਵਾਲੇ ਕੱਪਾਂ 'ਚ ਕਈ ਦਫਾ ਅੱਲਾਹ ਪਾਕ ਨੇ ਇੱਜ਼ਤ ਦਿੱਤੀ। ਉਸਤਾਦ ਜੀ ਕਬੂਤਰ ਤੁਹਾਨੂੰ ਕਿਹੜੇ ਪਸੰਦ ਨੇ, ਪਿਪਲਾਂ ਵਾਲੇ ਜਾਂ ਟੈਡੀ ਕਬੂਤਰ? ਜਿਹੜੇ ਸ਼ਾਮ ਤੱਕ ਉੱਡਦੇ ਨੇ, ਰਾਤ ਨੂੰ ਘਰ ਬੈਂਦੇ ਨੇ, ਚਾਹੇ ਉਹ ਜਿਹੜੇ ਵੀ ਨੇ। ਮੇਰੇ ਕੋਲ ਸਾਰਿਆਂ ਦੇ ਹੀ ਨੇ, ਟੈਡੀ ਵੀ ਨੇ, ਪਿਪਲਾਂ ਵਾਲੇ ਵੀ ਨੇ, ਸਾਰਿਆਂ ਦੇ ਨੇ। ਦੁਨੀਆ ਦਾ ਹਰ ਉਸਤਾਦ ਜਿੰਦੇ ਮੇਰੇ ਕਬੂਤਰ ਮੇਰੇ ਘਰ ਨੇ। ਤੇ ਪਰਫਾਰਮੈਂਸ ਕਿਹੜੀ ਬਹੁਤੀ ਦੇ ਰਹੇ ਨੇ? ਜਿਹੜਾ ਮੇਰੇ ਡੰਡੇ ਥੱਲੋਂ ਬਚ ਕੇ ਆ ਜਾਏ। ਨਹੀਂ, ਜਿਹੜੇ ਬਾਜ਼ੀਆਂ ਸ਼ਿਆਰ ਨੇ ਇਹਨਾਂ 'ਚ ਪੁੱਛ ਰਿਹਾ ਭਾਈ। ਮੈਂ ਤੁਹਾਨੂੰ ਦੱਸ ਰਿਹਾ, ਮੈਂ ਹੁਣ ਪੱਟੇ ਨੇ ਕਬੂਤਰ, ਮੈਂ ਡੰਡਾ ਮਾਰਨਾ, ਜਿੰਦੀ ਪਰਫਾਰਮੈਂਸ ਅੱਛੀ ਹੋਈ, ਜਿਹੜਾ ਮੇਰੇ ਪੁਆਇੰਟਾਂ ਦੇ ਪੂਰਾ ਘਰ ਬਵੇਗਾ, ਮੈਂ ਉਹ ਪਾਣਾ ਬਾਜ਼ੀ 'ਚ। ਚਾਹੇ ਉਹ ਮੇਰੇ ਘਰ ਦਾ, ਚਾਹੇ ਮੇਰੇ ਦੋਸਤ ਕੋਲੋਂ ਆਇਆ ਹੈ, ਚਾਹੇ ਮੈਂ ਪਕੜਿਆ ਹੈ ਲਿਆਂਦਾ ਹੈ। ਸਾ ਜੀ ਨਾਜ਼ਰੀਨ ਜਿਹੜੇ ਨੇ ਨਾ, ਉਹ ਤੁਹਾਡੇ ਜਿਹੜੇ ਫੇਵਰਟ ਕਬੂਤਰ ਨੇ ਉਹਨਾਂ ਦਾ ਸ਼ੌਕ ਕਰਨਾ ਚਾਹ ਰਹੇ ਨੇ, ਅਗਰ ਤੁਸੀਂ ਦਿਖਾ ਦੋਗੇ। ਸ਼ੌਕ ਇਸ ਟਾਈਮ ਸਾਰੇ ਪੁੱਟੇ ਹੋਏ ਨੇ, ਵੇਖਣ ਵਾਲੇ ਤੇ ਕੋਈ ਨਹੀਂ ਆਣ। ਮੈਂ ਤੁਹਾਨੂੰ ਇੱਥੇ ਹੁਣ ਪੱਟਿਆਂ ਕਬੂਤਰਾਂ ਦਾ ਸ਼ੌਕ ਓਵਰਆਲ ਤੁਸੀਂ ਵਿਖਾ ਲਿਆ ਜੀ ਜੀ। ਪੱਟਿਆਂ ਕਬੂਤਰਾਂ ਦਾ ਕਿਉਂਕਿ ਸ਼ੌਕ ਹੁੰਦਾ ਪਰ ਕੁੰਦੇ ਦਾ, ਪਰ ਕੁੰਦੇ ਦਾ ਸ਼ੌਕ ਹੁੰਦਾ ਨਾ, ਤੇ ਪਰ ਕੁੰਦਾ ਉਹਨਾਂ ਦਾ ਹੈ ਹੀ ਨਹੀਂ ਹੈ। ਤੇ ਤੁਹਾਨੂੰ ਇਨਸ਼ਾਅੱਲਾ ਨੈਕਸਟ ਟਾਈਮ ਜਦੋਂ ਆਓਗੇ ਕਰਵਾਵਾਂਗੇ ਸ਼ੌਕ। ਚਲੋ ਇਨਸ਼ਾਅੱਲਾ। ਸਾਰੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਜੀ, ਇਸ ਸ਼ੌਕ ਦੇ ਵਿੱਚ ਕਦਮ ਰੱਖ ਰਹੀ ਹੈ, ਉਹਦੇ ਲਈ ਕੋਈ ਮੈਸੇਜ ਦੇਣਾ ਚਾਹੋਗੇ ਕਿ ਜਾਂ ਉਸਤਾਦ ਸ਼ਾਗਿਰਦ ਦੇ ਰਿਲੇਟਡ ਜਾਂ ਕੋਈ ਹੋਰ ਮੈਸੇਜ ਦੇਣਾ ਚਾਹੋਗੇ? ਉਸਤਾਦੀ ਸ਼ਾਗਿਰਦੀ ਦਾ ਭਾਈ ਅੱਗੇ ਦੱਸਿਆ ਕਿ ਸਭ ਤੋਂ ਪਹਿਲਾਂ ਆਪਣੇ ਉਸਤਾਦ ਨਾਲ ਤਲਕ ਬਣਾਓ, ਦੋਸਤਾਨਾ ਮਾਹੌਲ ਕਰੋ, ਤੁਹਾਡਾ ਉਹਦਾ ਆਪਸ ਵਿੱਚ ਫਰੈਂਡਸ਼ਿਪ ਹੋਵੇ, ਤਾਂ ਕਿ ਤੁਸੀਂ ਇੱਕ ਦੂਜੇ ਕੋਲ ਖੁੱਲੇ ਦਿਲ ਪੁੱਛ ਲਵੋ।
ਉਹ ਤੁਹਾਨੂੰ ਪੁੱਛ ਲਵੇ, ਦੱਸ ਦੇਵੇ, ਤੁਸੀਂ ਉਹਨੂੰ ਪੁੱਛ ਲਵੋ, ਫਿਰ ਤੁਸੀਂ ਉਸਤਾਦੀ ਸ਼ਾਗਿਰਦੀ ਕਰੋ। ਵਰਨਾ ਤੁਸੀਂ ਉਹਦੇ ਨਾਲ ਕੋਈ ਸਾਲ ਦੋ ਵੇਖੋ ਕਿ ਸਾਡੇ ਨਾਲ ਚੱਲਦਾ ਹੈ ਕਿ ਨਹੀਂ ਚੱਲਦਾ। ਅਗਰ ਨਹੀਂ ਚੱਲਦਾ ਤਾਂ ਤੁਸੀਂ ਬੰਦਾ ਉਹ ਵੇਖੋ ਜਿਹੜਾ ਤੁਹਾਨੂੰ ਅਵੇਲੇਬਲ ਹੈ, ਜਿਹੜਾ ਤੁਹਾਡੀ ਟਾਈਮ ਦਿੱਤੇ, ਤੁਹਾਡੀ ਜਿਹੜੀ ਇਹਨਾਂ ਦਾਦ ਰਸੀ ਕਰੇਗਾ, ਤੁਹਾਡੀ ਸੁਣੇਗਾ, ਉਧਰ ਜਾਓ। ਵਰਨਾ ਇਹ ਨਾ ਵੇਖੋ ਫਲਾਣਾ ਜੇ ਪੈ ਉੱਡਦਾ ਮੈਂ ਉਹਦੇ ਨਾਲ ਟੁਰ ਜਾਂਗਾ ਤਾਂ ਖਰੇ, ਉਸ ਤੁਹਾਨੂੰ ਕੁਝ ਵੀ ਨਹੀਂ ਦੇਣਾ। ਇਹ ਮੈਂ ਤੁਹਾਨੂੰ ਵਾਜ਼ਿਆ ਕਹਿਣਾ। ਉਹਨੇ ਤੁਹਾਨੂੰ, ਤੁਸੀਂ ਜਿੰਨਾ ਮਰਜ਼ੀ ਉਹਨੂੰ ਵੱਡਾ ਮੋਟਾ ਹਾਰ ਪਾ ਦਿਓ, ਕੋਈ ਨਹੀਂ ਦੇਣਾ ਜਿੰਨੀ ਦੇਰ ਤੱਕ ਤੁਹਾਡੀ ਆਪਸ ਵਿੱਚ ਫਰੈਂਕਨੈਸ ਨਹੀਂ ਹੈ, ਇੱਕ ਦੂਜੇ ਤੱਕ ਰਸਾਈ ਨਹੀਂ ਹੈ, ਇੱਕ ਦੂਜੇ ਤੱਕ ਤੁਸੀਂ ਫੋਨ ਤੇ ਉੱਤੇ ਗੱਲ ਕਰਨ ਲੱਗਿਆ ਝਿਜਕੋਗੇ ਨਹੀਂ। ਤੇ ਜਦੋਂ ਤੁਸੀਂ ਝਿਜਕਣਾ ਕਿ ਉਸਤਾਦ ਹੋਰੀ ਹਰੇ ਪੀਰ ਨੇ ਵਲੀ ਉੱਲਾ ਨੇ ਬੈਠੇ ਹੋਏ ਤੇ ਉਸਤਾਦ ਨਾਲ ਕੋਲ ਪੁੱਛ ਲਿਆ ਤੇ ਉਸਤਾਦ ਹੋਰੀ ਗੁੱਸਾ ਨਾ ਕਰ ਜਾਣ ਤੇ ਤੂੰ ਘਰ ਬਹਿ ਮੁੜ ਗੁੱਸਾ ਜਦੋਂ ਕਰਨਾ ਹੈ। ਅਸੀਂ ਸਟੂਡੈਂਟ ਰਹੇ ਆ, ਪੜ੍ਹਦੇ ਰਹੇ ਆ। ਉਸਤਾਦ ਜਿਹੜਾ ਕੋਲ ਹਿਜਰਤ ਦਾ ਇੱਕ ਲਫ਼ਜ਼ ਮੈਂ ਇਸਤੇਮਾਲ ਕਰਨਾ, ਜਿਹੜੇ ਅੱਜ ਕੱਲ੍ਹ ਦੋਸਤਾਂ ਦੇ ਨਾਲ ਵੀ ਉਸਤਾਦੀ ਸ਼ਾਗਿਰਦੀ ਛੱਡ ਰਹੇ ਨੇ, ਸਾਰੇ ਨਾ ਉਸਤਾਦਾਂ ਨੂੰ ਵਧਾ ਰਹੇ ਨੇ। ਉਸਤਾਦਾਂ ਨਾਲ ਜ਼ਿਆਦਤੀ ਹੋ ਗਈ। ਕਿਸੇ ਬੰਦੇ ਕਦੀ ਅਜੇ ਤੱਕ ਪੁੱਛਿਆ ਕਿ ਉਸਤਾਦ ਸ਼ਾਗਿਰਦਾਂ ਨਾਲ ਕੀ ਜ਼ਿਆਦਤੀ ਕਰਦੇ ਨੇ? ਇੱਕ ਬੰਦਾ 20 ਸਾਲ ਦਾ ਤਲਕ ਛੱਡ ਕੇ ਜਾਂਦਾ, ਕਿਉਂ ਜਾਂਦਾ ਹੈ? ਉਹ ਇਸ ਤੋਂ ਜਾਂਦਾ ਕਿ ਉਹਦੀ ਜਿਹੜੀ ਡਿਮਾਂਡ ਹੁੰਦੀ ਹੈ ਉਹ ਪੂਰੀ ਨਹੀਂ ਵੀ ਉਸਤਾਦ ਹੋਰੀ ਕਰਦੇ ਹੁੰਦੇ, ਉਹਨਾਂ ਦੀ ਮੁਤਾਬਕ ਨਹੀਂ ਚੱਲਦੇ ਹੁੰਦੇ ਉਸਤਾਦ ਹੋਰੀ। ਉਸਤਾਦ ਨਾਲ ਭਾਈ ਬੜੇ ਬੜੇ ਟੋਕੇ ਰੱਖੇ ਹੋਏ ਨੇ। ਜਿਸ ਤੋਂ ਸ਼ਾਗਿਰਦ ਡਿਸਾਈਡ ਹੋ ਕੇ ਨਾ ਤੇ ਕਿਸੇ ਅੱਛੇ ਹਾਲ ਜਾ ਰਹੇ ਨੇ ਨਾ, ਤੇ ਇਹਦੇ ਵਿੱਚ ਏਡੀ ਕੋਈ ਨਹੀਂ ਕਮੀ ਹੈ। ਸਾਡਾ ਕੁਰਾਨ ਦੇ ਵਿੱਚ, ਸਾਡਾ ਮੁਸਲਮਾਨਾਂ ਸਾਨੂੰ, ਸਾਡਾ ਦੀਨ ਸਾਨੂੰ ਆਂਦਾ ਹੈ ਕਿ ਇੱਕ ਜਗ੍ਹਾ ਤੇ ਤੁਹਾਨੂੰ ਨਹੀਂ ਵੀ ਚੀਜ਼ ਹਿਜਰਤ ਕਰੋ, ਤੁਹਾਨੂੰ ਅਗਰ ਮਾਫਕ ਨਹੀਂ ਚੀਜ਼ ਪੈਂਦੀ ਤੁਸੀਂ ਹਿਜਰਤ ਕਰੋ, ਉੱਥੋਂ ਜਾ ਕੇ ਅੱਗੇ ਆਪਣਾ ਜਿਹੜਾ ਨਾ ਆਪਣੀ ਅਜ਼ਮਾਈ ਕਰੋ। ਤੁਹਾਡਾ ਇੱਕ ਲੱਕ ਨਹੀਂ ਕੰਮ ਕਰਦੀ ਪਈ ਤੇ ਇਹ ਤੇ ਏਡੀ ਕੋਈ ਵੱਡੀ ਗੱਲ ਹੈ। ਸਾਰੇ ਹੀ ਨਾ ਸ਼ਾਗਿਰਦਾਂ ਦੇ ਉੱਤੇ ਨਾ ਚੜ ਜਾਣ ਕਰਨ। ਉਸਤਾਦਾਂ ਦਾ ਬਹੁਤ ਵੱਡਾ ਰੋਲ ਹੈ। ਜਿਹੜੀਆਂ ਉਸਤਾਦੀਆਂ ਸ਼ਿਰਦੀਆਂ ਖਤਮ ਹੁੰਦੀਆਂ ਵੀ ਇਹਨਾਂ ਦੇ ਵਿੱਚ, ਟਾਈਮ ਤੇ ਅਗਲੇ ਦਾ ਫੋਨ ਨਹੀਂ ਚੁੱਕਣਾ, ਵੱਡੀਆਂ ਵੱਡੀਆਂ ਡਿਮਾਂਡਾਂ ਕਰ ਛੱਡੀਆਂ ਨੇ, ਇੰਨੇ ਪੈਸੇ ਘੱਲਤੇ ਤਾਂ ਬੱਚੇ ਦੇਣੇ ਨੇ, ਠੀਕ ਹੈ। ਦਾਣੇ ਪਾਣੀ ਦੇ ਬੜੇ ਖਰਚੇ ਨੇ, ਜ਼ਾਫਰਾਨ ਕਸਤੂਰੀ ਦਾ ਇੰਨਾ ਖਰਚਾ ਲੱਗਣਾ, ਭਾਵੇਂ ਸਾਰੀ ਜ਼ਿੰਦਗੀ ਜ਼ਾਫਰਾਨ ਕਸਤੂਰੀ ਵੇਖੀ ਨਾ ਹੋਵੇ ਕਿਸੇ। ਭਾਈ ਬੜਾ ਬੜਾ ਕੌਣ ਡੈ ਨੇ ਬੰਦੇ, ਤਾਂ ਸ਼ਾਗਿਰਦ ਛੱਡ ਕੇ ਭਾਈ ਅਗਲੇ ਘਰ ਜਾਂਦਾ ਪਿਆ, ਉਂਝ ਨਹੀਂ ਬੰਦਾ ਜਾਂਦਾ। ਉਸਤਾਦ ਜੀ ਹਕੂਕੁल्लाह ਤੇ ਹਕੂਕੁਲ ਇਬਾਦ ਦੋ ਨੇ ਨਾ ਜੀ, ਠੀਕ ਹੈ। ਅੱਲਾਹ ਪਾਕ ਜਿਹੜੇ ਨਾ ਇਬਾਦ ਮਾਫ ਕਰ ਛੱਡਣ, ਅੱਲਾਹ ਮਾਫ ਕਰ ਛੱਡਣ, ਇਬਾਦ ਕੋ ਨਹੀਂ ਮਾਫ ਕਰਨੇ, ਇਨਸਾਨਾਂ ਦੇ ਜਿਹੜੇ ਨੇ ਨਾ। ਹੁਣ ਤੁਸੀਂ ਜੀ ਅਗਰ ਆਪਣੇ ਸ਼ਾਗਿਰਦ ਨੂੰ ਦਿੰਦੇ ਹੀ ਕੁਛ ਨਹੀਂ ਪਿਆ, ਉਸ ਵਿਚਾਰੇ ਨੂੰ ਤੁਸੀਂ ਖਾਣ ਦੀ ਦੇਣ ਰੱਖਿਆ ਹੋਇਆ, ਬਜਾਂਦਿਆਂ ਕੁਛ ਹੈ ਜਿਹੜਾ ਨਾ ਉਹ ਦੇ ਕੇ ਜਾਏ ਤੇ ਹੁੰਦਿਆਂ ਲੈ ਕੇ ਆਵੇ, ਤੇ ਫਿਰ ਸ਼ਾਗਿਰਦ ਵੀ ਆਟੋਮੈਟਿਕਲੀ ਸਮਝਦਾਰ ਨੇ, ਉਹਨਾਂ ਵੀ ਵੇਖਣਾ ਹੁੰਦਾ ਵੀ ਭਾਈ ਟਾਈਮ ਨਹੀਂ ਲੱਗਦਾ ਪਿਆ ਤੇ ਅਸਾਂ ਅੱਗੇ ਕੋ ਆਪਣਾ ਬਿਹਤਰੀ ਦੀ ਤਰਫ ਉਹਨਾਂ ਜਾਣਾ ਚਾਹੀਦਾ। ਤੁਹਾਡਾ ਕਲਿੱਪ ਇਹਦੇ ਰਿਲੇਟਡ ਨਾ ਬਹੁਤ ਵਾਇਰਲ ਹੋਇਆ ਪਿਆ ਸੀ ਕਿ ਸ਼ਾਗਿਰਦਾਂ ਨੇ ਖਰਾਬ ਕੀਤਾ ਹੈ 20-25 ਲੱਖ ਰੁਪਏ ਦੇ ਕੇ। ਮੈਂ ਅੱਜ ਵੀ ਆਨਾ ਐਸੇ ਐਸੇ ਉਸਤਾਦ ਨੇ ਬੱਚੇ ਘੱਲਦੇ ਨੇ, 100 ਬੱਚਾ ਘੱਲਿਆ, ਫੋਨ ਕਰ ਛੜਿਆ, ਅਕਾਊਂਟ ਨੰਬਰ ਸੈਂਡ ਕਰਕੇ। ਮੈਂ ਆਪ ਵੇਖਿਆ ਅਕਾਊਂਟ ਨੰਬਰ ਸੈਂਡ ਕਰਕੇ 5 ਲੱਖ ਰੁਪਈਆ ਅਕਾਊਂਟ ਲਵਾ ਦੇ, ਬੱਚੇ ਤੇਰੇ ਹਾਲ ਟੁਰ ਗਏ ਨੇ, ਭਾਵੇਂ ਘਰ ਦਾ ਇੱਕ ਵੀ ਨਾ ਦਿੱਤਾ ਹੋਵੇ। ਅਕਸਰ ਉਸਤਾਦਾਂ ਜੋੜੀ ਬਾਹਰ ਲਾਏ ਨੇ, ਅੱਗੋਂ ਲਿਆਉਣਗੇ 5-4 ਹਜ਼ਾਰ ਰੁਪਏ ਪਰ ਬੱਚਾ, ਅੱਗੋਂ 15-20 ਹਜ਼ਾਰ ਰੁਪਏ ਪਰ ਵੇਚਣ ਡਏ ਨੇ, ਬਰੋਕਰੀ ਸ਼ੁਰੂ ਕੀਤੀ ਹੋਈ ਹੈ। ਉੱਥੋਂ ਤੁਸੀਂ ਕੀ ਕਰ ਸਕਦੇ ਹੋ ਕਿ ਤੁਹਾਨੂੰ ਉਹ ਅੱਛੇ ਕਬੂਤਰ ਮਿਲਣਗੇ? ਕਦੀ ਵੀ ਨਹੀਂ ਮਿਲਣਗੇ। ਅੰਨ੍ਹੇਵਾਹ ਬੰਦੇ ਟੁਰੇ ਹੋਏ ਨੇ। ਅਸੀਂ ਨਾ ਲਕੀਰ ਦੇ ਫਕੀਰ ਆ, ਜਿਹੜੇ ਅਸੀਂ ਆ ਪਾਕਿਸਤਾਨੀ ਆ ਨਾ, ਲਕੀਰ ਦੇ ਫਕੀਰ ਆ। ਵੇਖਦੇ ਆ ਜੀ ਅੱਜ ਕੱਲ ਨਾ ਇੱਧਰ ਟ੍ਰੈਂਡ ਚੱਲਿਆ ਹੋਇਆ, ਇੱਧਰ ਪੀਪਲਾਂ ਵਾਲੇ ਪਾਸੇ ਟੁਰ ਜਾਓ ਭਾਈ, ਚੰਗਾ ਕਬੂਤਰ ਨਹੀਂ ਦਿਪਦਾ। ਕਬੂਤਰਾਂ ਵਰਗੇ ਕਬੂਤਰ ਨੇ, ਇੱਕੋ ਜਿਹੇ ਕਬੂਤਰ ਨੇ, ਰੰਗ ਇੱਕੋ ਜਿਹਾ, ਪਰ ਇੱਕੋ ਜਿਹਾ, ਲੇਕਿਨ ਅੱਛੇ ਕਬੂਤਰ ਨਹੀਂ ਦੇ ਰਹੇ। ਔਰ ਇਹਨਾਂ ਜਿੱਥੇ 2000 ਰੁਪਏ ਪਰ ਕਿਸੇ ਵਕਤ ਇਹਨਾਂ 1500-2000 ਰੁਪਏ ਪਰ ਘੁਮਾਤੜ ਜੀ ਲੈਣ ਵਾਲਾ ਟੁਰ ਜਾਂਦਾ ਸੀ ਨਾ, ਤੇ ਬੱਚਾ ਮਿਲ ਜਾਂਦਾ ਹੁੰਦਾ ਸੀ। ਹੁਣ ਕੈਮਰੇ ਲੱਗੇ ਹੋਏ ਨੇ, ਗੱਡੀ ਤੋਂ ਬੰਦਾ ਲੈਂਦਾ ਤੇ ਜਿਹੜੇ ਬਾਹਰ ਨੇ ਨਾ ਖੜੇ ਹੋਏ, ਉਹ ਜਿਹੜੇ ਨੇ ਨਾ, ਉਹ ਕੀ ਤੁਸੀਂ ਉਹ ਚੌਕੀਦਾਰ ਗਾਰਡ ਵਗੈਰਾ, ਉਹਨੂੰ ਵੀ ਇੰਨਾ ਤਜਰਬਾ ਹੋ ਗਿਆ ਹੋਇਆ ਹੈ ਕਿ ਉਹ ਤੁਹਾਡੀ ਜੇਬ ਵਿੱਚ ਵੇਖ ਲੈਂਦਾ ਥੱਲੜੀ ਭਾਰੀ ਹੈ ਕਿ ਉਤਲੀ ਭਾਰੀ ਹੈ, ਉਸ ਹਿਸਾਬ ਦੇ ਖੁੱਡੇ ਚ ਉਸਤਾਦ ਹੀ ਲੈ ਕੇ ਜਾਣ, ਉਹ ਥੱਲੂ ਫੋਨ ਕਰਕੇ ਦੱਸ ਛੱਡਦਾ। ਝਾੜੀ ਹੁੰਦੇ ਨੇ ਕਬੂਤਰ, ਫਲਾਂ ਕਾ ਸ਼ੌਕ ਕਰੋ, ਫਲਾਂ ਕਾ ਸ਼ੌਕ ਕਰੋ, ਫਲਾਂ ਕਾ ਸ਼ੌਕ ਕਰੋ। ਉਹ ਤੂੰ ਕਰਮਾਂ ਵਾਲਿਆ ਸੇਲਰ ਨੇ, ਤੂੰ ਵੇਚਣੇ ਨੇ, ਤੂੰ ਵੇਚ ਆਪਣੇ ਸ਼ੌਕ ਤੇ ਨਾ ਕਰਾ, ਆਹ ਵੀ ਵਿਕਣ ਵਾਲੇ ਨੇ, ਆਹ ਵੀ ਵਿਕਣ ਵਾਲੇ ਨੇ, ਆਹ ਵੀ ਵਿਕਣ ਵਾਲੇ। ਸਾਡੇ ਕੋਲ ਤੇ ਭਾਈ ਖਰੀਆਂ ਜੇ ਗੱਲ ਸਿੱਧੀ ਹੈ, ਨਾ ਕਿਸੇ ਦੀ ਡਹਿਲ ਹੈ, ਨਾ ਪਰੇਸ਼ਾਨੀ ਹੈ। ਆਪਣੇ ਘਰੋਂ ਅੱਲਾ ਦਾ ਸ਼ੁਕਰ ਹੈ, ਰੱਬ ਨਿਜ਼ਾਮ ਚਲਾਏ ਹੈ। ਇੱਜ਼ਤ ਹਰ ਬੰਦੇ ਨੂੰ ਦੇਈ ਦੀ ਹੈ ਤੇ ਇੱਜ਼ਤ ਕਰਵਾਈ ਦੀ ਹੈ ਤੇ ਕਰੀ ਦੀ ਹੈ, ਠੀਕ ਹੈ। ਸਾਡੇ ਜਿੰਨੇ ਹਰੀਫ ਨੇ ਬਹੁਤ ਅੱਛੇ ਨੇ, ਪੰਜਾਬ ਦੇ ਬਹੁਤ ਅੱਛੇ ਹਰੀਫ ਨੇ। ਮਜ਼ਾ ਹੀ ਯਾਰ ਬਾਹਰ ਆਉਂਦਾ ਪਿਆ ਸ਼ੌਕ ਕਰਨ ਦਾ। ਯਕੀਨ ਕਰੋ ਇੰਨਾ ਅੱਛਾ ਤਲਕ ਬਣ ਗਿਆ ਕਿ ਹਰੀਫ ਵੀ ਫੋਨ ਕਰਕੇ ਸਾਨੂੰ ਆਖਦੇ ਨੇ ਯਾਰ ਇੱਥੇ ਇੰਜ ਦਾ ਸ਼ੌਕ ਕਰਨਾ ਤੇ ਕਰ ਲਈਏ, ਤੁਸੀਂ ਸੈਟੀਸਫਾਈਡ ਹੋ ਨਾ। ਇਸ ਤਰ੍ਹਾਂ ਦਾ ਪਿਆਰ ਬਣ ਗਿਆ ਜੀ। ਹੁਣ ਹਰੀਫ ਦੀ ਗੱਲ ਹੋਈ ਹੈ ਜੀ,
ਤੁਹਾਡਾ ਪਸੰਦੀਦਾ ਹਰੀਫ ਕਿਹੜਾ ਹੈ ਜਿਹਦੇ ਨਾਲ ਮੁਕਾਬਲਾ ਕਰਕੇ ਨਾ ਮਜ਼ਾ ਆਉਂਦਾ ਹੋਵੇ? ਮੇਰੇ ਸਾਰੇ ਹੀ ਪਸੰਦੀਦਾਰ ਕੋਈ ਹੀ ਇੱਕ ਤੇ ਦੱਸੋ। ਨਹੀਂ, ਮੈਂ ਇੱਕ ਦਾ ਨਾਮ ਇਸ ਤਰ੍ਹਾਂ ਨਹੀਂ ਲਵਾਂਗਾ ਕਿਉਂਕਿ ਜ਼ਿਆਦਤੀ ਹੈ, ਮੇਰੇ ਨਾਲ ਕਦੀ ਕਿਸੇ ਜ਼ਿਆਦਤੀ ਨਹੀਂ ਕੀਤੀ। ਮੈਂ ਪੰਜਾਬ ਦੇ ਓਵਰਆਲ ਜਿੰਨੇ ਵੀ ਰੀਫ ਨੇ ਨਾ, ਮੈਂ ਸਾਰਿਆਂ ਦੀ ਬੜੀ ਰਿਸਪੈਕਟ ਕਰਨਾ, ਬਹੁਤ ਅੱਛੇ ਇਨਸਾਨ ਤੇ ਨੇ। ਕਬੂਤਰ ਪਰ ਵਿੱਚ ਤੁਹਾਡਾ ਆਈਡੀਅਲ ਬੰਦਾ ਕਿਹੜਾ ਹੈ? ਮਿੱਠੂ ਲਾਲੀ। ਇਹ ਗਰੁੱਪ ਉਹ ਛੱਡ ਕੇ ਇਹਨਾਂ ਨੂੰ ਆਪਣੇ ਜਿਹੜਾ ਗਰੁੱਪ ਹੈ ਤੁਹਾਡਾ ਪਾਰਟਨਰ ਨੂੰ ਛੱਡ ਕੇ ਕੋਈ ਬਾਹਰ ਦਾ ਦੱਸੋ ਕੋਈ। ਮਿੱਠੂ ਲਾਲੀ ਹੈ ਭਰਾਵਾ, ਤਾਂ ਹੀ ਮਿੱਠੂ ਲਾਲੀ ਤੋਂ ਇਲਾਵਾ ਅੱਗੇ ਸ਼ਾਇਦ ਦਿਸਦੀ ਕੋਈ ਕੋਈ ਬੰਦਾ ਉਹ ਸਾਨੂੰ ਕੋਈ ਚੀਜ਼ ਵੇਖੋ, ਜਿੱਥੋਂ ਕੋਈ ਇਨਸਾਨ ਜਿੱਥੋਂ ਲੁਕਮਾ ਲੈਂਦਾ ਹੈ ਨਾ, ਲੋਕ ਨਾ ਇੰਟਰਵਿਊ ਪੁਰਾਣੇ ਕੱਢ ਕੇ ਚਲਾਉਂਦੇ ਪਏ ਨੇ, ਬੰਦੇ ਪਹਿਲਾਂ ਗੱਲਾਂ ਕੀ ਕਰਦੇ ਸਨ ਤੇ ਹੁਣ ਕੀ ਹੈ। ਵਕਤ ਦੇ ਨਾਲ ਬੰਦੇ ਨੂੰ ਕਰਨਾ ਪੈਂਦਾ, ਵਕਤ ਦੇ ਨਾਲ ਸਾਰਾ ਕੁਝ ਕਰਨਾ ਪੈਂਦਾ, ਵਕਤ ਅਗਲਾ ਨਹੀਂ ਹੈ, ਤੁਸੀਂ ਚੇਂਜ ਕਰੋ। ਹਾਲ ਦੀ ਘੜੀ ਦੇ ਵਿੱਚ ਮੇਰਾ ਉਸਤਾਦ ਮੇਰਾ ਹੀਰੋ ਹੈ, ਫੇਵਰਟ ਹੈ। ਮੈਨੂੰ ਉਸ ਬੰਦੇ ਨੇ ਇਸ ਕਾਬਲ ਕਰ ਛੜਿਆ ਹੋਇਆ ਹੈ। ਮੇਰੇ ਨਾਲ ਮੁਕਾਬਲੇ ਲੋਕ ਬੜੇ ਭੱਜ ਕੇ ਲਾਉਂਦੇ ਸਨ, 100 ਘਰ ਨਾਲ ਉਹਨੂੰ ਲੱਗਾ ਹੁੰਦਾ ਸੀ। ਮੈਨੂੰ ਅੱਲਾ ਦੇ ਘਰ 'ਚ ਉਮੀਦ 1-2 ਸੀਜ਼ਨ ਹੋਰ ਲੰਘ ਲੈਣ ਦੇ, ਉਹ ਬੰਦੇ ਸੋਚ ਕੇ ਐਲਾਨ ਕਰਨ ਦੇ। ਕਿਉਂ? ਹੁਣ ਭਾਈ ਉਡਾ ਕੇ ਜਿੱਤਣਾ ਨੇ। ਹੁਣ ਇਹ ਕੋਈ ਨਹੀਂ ਕਿ ਪਹਿਲਾ 6 ਵਜੇ ਬੈਠਾ 3 ਉੱਤੋਂ ਕੋਈ ਨਹੀਂ, ਬੱਦਲ ਹਨੇਰੀ 'ਚ ਜਾਣੇ ਨੇ। ਉਂਝ ਭਾਈ ਅੱਲਾ ਜ਼ਿੰਦਗੀ ਦੇ ਉਸਤਾਦ ਮਿੱਠੂ ਨੂੰ, ਉਸਤਾਦ ਮਿੱਠੂ ਦੀ ਅੱਲਾ ਜ਼ਿੰਦਗੀ ਕਰੇ। ਉਸ ਤੋਂ ਅੱਗੇ ਭਾਈ ਬੰਦਾ ਹੀ ਕੋਈ ਨਹੀਂ ਦਿਸਦਾ, ਮੈਂ ਕਿਹਦਾ ਨਾਂ ਲਵਾਂ। ਸਹੀ ਹੋ ਗਿਆ ਉਸਤਾਦ ਜੀ, ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ। ਹਾਲਾਂਕਿ ਤੁਸੀਂ ਜਾ ਰਹੇ ਕਿਥੇ, ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ, ਬਹੁਤ ਸ਼ੁਕਰੀਆ ਭਾਈ। ਤੁਹਾਡੇ ਤਵੱਸਲ ਨਾਲ ਅਗਰ ਮੇਰੇ ਕਿਸੇ ਕਹਿਣ ਨਾਲ ਜੇ ਬਿਹਤਰੀ ਹੁੰਦੀ ਹੈ ਨਾ ਜੀ, ਮੈਨੂੰ ਕਰਨੀ ਚਾਹੀਦੀ ਹੈ। ਮੈਂ ਵੀ ਇਸ ਸ਼ੌਕ ਦਾ ਹਿੱਸਾ, ਆਪਣੀ ਸਾਰੀ ਜ਼ਿੰਦਗੀ ਇਸ ਸ਼ੌਕ ਨੂੰ ਦਿੱਤੀ ਹੈ। ਮੇਰੀ ਇੱਕ ਰਿਕੁਐਸਟ ਹੈ, ਜਿਹੜੇ ਆ ਸੋਸ਼ਲ ਮੀਡੀਆ ਸਾਰਫੀਨ ਨੇ, ਜਿਹੜਾ ਇਹ ਕੰਮ ਕਰ ਰਹੇ ਨਾ, ਖੁਦਾਰਾ ਬਾਜ਼ ਆ ਜਾਓ, ਇਹ ਛੱਡ ਦਿਓ, ਤੁਹਾਨੂੰ ਕੁਝ ਵੀ ਨਹੀਂ ਮਿਲਣਾ। ਸਾਡੇ ਲਾਹੌਰ ਵਾਲੇ ਵੀ ਜੀ ਬਹੁਤ ਅੱਛੇ ਨੇ, ਬਹੁਤ ਅੱਛੇ ਪਲੇਅਰ ਨੇ, ਸਾਡੇ ਪੰਜਾਬ ਵਾਲੇ ਜੀ ਵੀ ਬਹੁਤ ਅੱਛੇ ਨੇ। ਉਹ ਇੱਕ ਵਕਤ ਬਣਿਆ, ਮੁਕਾਬਲਾ ਉੱਡਿਆ ਨਾ ਉੱਡਿਆ, ਦੈਟ ਸਾਲ ਮੁੱਕ ਗਿਆ। ਹੁਣ ਅੱਗੇ ਚੱਲੋ, ਅੱਗੇ ਵਧੋ, ਉਹ ਆਪਣਾ ਸ਼ੌਕ ਕਰਨ, ਅਸੀਂ ਆਪਣਾ ਸ਼ੌਕ ਕਰਦੇ ਪਏ ਹਾਂ। ਜਿਹੜਾ ਤੁਸੀਂ ਇਹ ਯਾਰ, ਮੈਂ ਅਗਲੇ ਦਿਨ ਵੇਖਦਾ ਪਿਆ ਸਾਂ ਅਕਮਲ ਖਾਨ ਸਾਹਿਬ ਨੂੰ ਔਰ ਮੀਰ ਮੁਖਤਿਆਰ ਖਾਨ ਸਾਹਿਬ ਨੂੰ ਨਹੀਂ ਬਣਾਇਆ। ਉਹ ਮੈਂ ਖਾਨ ਸਾਹਿਬ ਦੀ ਐਡੀ ਕੋ ਰਿਸਪੈਕਟ ਕਰਨਾ, ਮੀਰ ਮੁਖਤਿਆਰ ਖਾਨ ਨੂੰ 2-3 ਮੁਲਾਕਾਤਾਂ ਹਨ ਖਾਨ ਸਾਹਿਬ ਨਾਲ, ਅਕਮਲ ਖਾਨ ਸਾਹਿਬ ਨਾਲ ਨਹੀਂ ਹੈ। ਬਜ਼ੁਰਗ ਆਦਮੀ ਨੇ ਅੱਜ ਦੇ ਦਿਨ ਤੱਕ 38 ਸਾਲ ਉਮਰ ਹੈ, ਸਾਰੀ ਉਮਰ ਸ਼ੌਕ ਕੀਤਾ ਹੈ। ਮੈਂ ਖਾਨ ਸਾਹਿਬ ਦੀ ਆਵਾਜ਼ ਮੀਡੀਆ ਦੇ ਉੱਤੇ ਨਹੀਂ ਸੁਣੀ। ਅਕਮਲ ਖਾਨ ਸਾਹਿਬ, ਹਾਂਜੀ, ਜਾਂ ਕੋਈ ਉਹਨਾਂ ਵਾਇਸ ਕੀਤਾ ਹੋਵੇ ਜਾਂ ਕੋਈ, ਯਾਰ ਤੁਸੀਂ ਬਗੈਰ ਤੋਂ ਉਹਨਾਂ ਦੇ ਬਾਰੇ ਵੀ ਕੋਈ ਨਹੀਂ, ਉਹਨਾਂ ਨੂੰ ਵੀ ਨਹੀਂ ਤੁਸੀਂ ਛੱਡਦੇ ਪਏ। ਉਹਨਾਂ ਕੀ ਕੀਤਾ ਹੈ? ਸ਼ਰਮ ਹਿਆ ਕਰਨੀ ਚਾਹੀਦੀ ਹੈ ਯਾਰ। ਇੱਕ ਬਜ਼ੁਰਗ ਆਦਮੀ ਹੈ ਜਾਂ ਚੇਅਰਮੈਨ ਸਾਹਿਬ ਨੇ, ਉਹਨਾਂ ਦਾ ਆਪਸ ਵਿੱਚ ਤਲਖ ਕਲਾਮੀ, ਵੇਖੋ ਸ਼ੌਕ ਦਾ ਹੁਸਾ ਨੇ, ਇੱਕ ਦੂਜੇ ਨਾਲ ਛੋਟੀ ਮੋਟੀ ਤਲਖੀ ਹੋ ਜਾਂਦੀ ਹੈ। ਉਹ ਇੱਕ ਸ਼ੌਕ ਦਾ ਹੁਸਾ ਨੇ, ਕੋਈ ਵੀ ਕੰਮ ਹੈ ਉਹਦੇ ਵਿੱਚ ਬਹਿਸ ਹੋ ਜਾਂਦੀ ਹੈ। ਉਹਦਾ ਇਹ ਤੇ ਨਹੀਂ ਹੋਣਾ ਹੱਕ ਹੈ ਕਿ ਇੱਕ ਦੂਜੇ ਦੇ ਖਿਲਾਫ ਤੁਸੀਂ ਚਾੜੀ ਜਾਓ, ਤੁਸੀਂ ਉਹਨੂੰ ਬੁਰਾ ਬਲਾ ਕਹੋ, ਤੁਹਾਨੂੰ ਬੁਰਾ ਬਲਾ। ਔਰ ਕੋਈ ਬੰਦਾ ਸ਼ੌਕੀਨ ਨਹੀਂ ਹੈ ਕਰ ਰਿਹਾ। ਇਹ ਉਤਲੇ ਜਿਹੜੇ ਨੇ ਨਾ ਅਸ਼ਲਾਰੂ, ਜਿਹੜੇ ਉੱਤੇ ਵਿਊਜ਼ ਦੀ ਖਾਤਰ ਕਰ ਰਹੇ ਨੇ, ਉਹ ਭਾਈ ਮਿਹਰਬਾਨੀ ਕਰਨ, ਸਾਡਾ ਸ਼ੌਕ ਨਾ ਖਰਾਬ ਕਰਨ। ਅਸੀਂ ਤੇ ਹੁਣ ਇਹਨਾਂ ਤੋਂ ਬਗੈਰ ਕੁਝ ਕਰ ਵੀ ਨਹੀਂ ਸਕਦੇ। ਸ਼ੌਕ ਬੰਦ ਹੋ ਗਿਆ, ਅਸੀਂ ਕਿਹੜੇ ਪਾਸੇ ਜਾਵਾਂਗੇ? ਸਾਡਾ ਲੋਕਾਂ ਦਾ ਤਾਂ ਖਿਆਲ ਕਰੋ ਨਾ। ਵਾਕਈ ਉਸਤਾਦ ਜੀ, ਪਿਆਰ ਮੁਹੱਬਤ ਵਾਲਾ ਸ਼ੌਕ ਹੈ, ਤੁਹਾਨੂੰ ਕਿਸ ਸਾਈਡ ਤੇ? ਇਸ ਤੋਂ ਵੱਡਾ ਹੁਣ ਸ਼ੌਕ ਮੁਹੱਬਤ ਭਾਈ ਮੈਂ ਦੱਸਣਾ, ਸਾਡਾ ਜਿਹੜਾ ਇਸ ਟਾਈਮ ਮਾਸ਼ਰਾ ਹੈ ਨਾ, ਕੋਈ ਬੰਦਾ ਨਸ਼ੇ ਤੋਂ ਨਹੀਂ ਬਚਿਆ ਹੋਇਆ। ਐਸਾ ਹੀ ਕੋਈ ਸਿਗਰਟ ਪੀਂਦਾ ਪਿਆ, ਕੋਈ ਆਈਸ ਪੀਂਦਾ ਪਿਆ, ਕੋਈ ਪਤਾ ਨਹੀਂ ਕਿਹੜੀ ਜਿਹੜੀ ਹੈ ਨਾ ਉਹ ਪੀ ਰਿਹਾ, ਨਸ਼ਾ ਕਰ ਰਿਹਾ। ਅੱਲਾਹ ਪਾਕ ਦਾ ਸ਼ੁਕਰ ਹੈ, ਇਹਨਾਂ ਕਬੂਤਰਾਂ ਤੋਂ ਇਲਾਵਾ ਦੁਨੀਆ ਦੀ ਕੋਈ ਐਬ ਨਹੀਂ ਆਪਣੇ ਵਿੱਚ। ਸਿਗਰਟ ਤੱਕ ਵੀ ਨਹੀਂ ਕਦੀ ਪੀਤਾ। ਤੁਸੀਂ ਇਹਨੂੰ ਐਬ ਕਹਿੰਦੇ ਹੋ? ਤੁਸੀਂ ਕਹਿ ਰਹੇ ਹੋ ਯਾਰ ਵੀ ਕਬੂਤਰਾਂ ਤੋਂ, ਇਹ ਕਬੂਤਰਾਂ ਹੀ ਸਾਨੂੰ ਬਚਾਇਆ ਹੈ। ਇਹਨਾਂ ਕਬੂਤਰਾਂ ਹੀ ਸਾਨੂੰ ਬਚਾਇਆ ਹੈ ਭਾਈ। ਇਹ ਸਾਡਾ ਇੰਨਾ ਟਾਈਮ ਅੱਛਾ ਗੁਜ਼ਰਦਾ ਆਪਣੇ ਬੀਵੀ ਬੱਚਿਆਂ ਦੇ ਵਿੱਚ, ਆਪਣੇ ਘਰ ਦੇ ਵਿੱਚ, ਅਸੀਂ ਇਹਨਾਂ ਦੇ ਨਾਲ ਧਿਆਨੇ ਲੱਗੇ ਹੋਏ ਆ। ਤੇ ਇਹ ਕਬੂਤਰਾਂ ਦੀ ਵਜ੍ਹਾ ਦੀ ਬਦੌਲਤ ਸਾਨੂੰ ਅੱਛੇ ਭਰਾ ਮਿਲੇ ਨੇ। ਵੇਖੋ ਅਗਰ ਕਬੂਤਰ ਨਾ ਹੁੰਦੇ, ਮੇਰਾ ਅਲਹਮਦੁਲਿਲਾ ਇਸ ਟਾਈਮ ਪੰਜਾਬ ਪੂਰੇ ਦੇ ਵਿੱਚ ਨਾ ਜੀ ਇੰਨਾ ਅੱਛਾ ਤਲਕ ਹੈ ਹਰ ਸ਼ਹਿਰ ਦੇ ਵਿੱਚ। ਮੈਨੂੰ ਇੰਨੀ ਉਮੀਦ ਹੈ ਕਿ ਕਿਸੇ ਵੀ ਸ਼ਹਿਰ ਦੇ ਵਿੱਚ, ਕਿਸੇ ਵੀ ਜਗ੍ਹਾ ਦੇ ਵਿੱਚ ਮੈਨੂੰ ਕੰਮ ਬਣ ਜਾਏ ਨਾ, ਤੇ ਮੈਂ ਫੋਨ ਕਰਾਂ, ਮੇਰਾ ਇੱਕ 10-15-20 ਮਿੰਟ ਤੋਂ ਹੋ ਜਾਣਾ। ਮੈਨੂੰ ਇਹਨਾਂ ਕਬੂਤਰਾਂ ਨੇ ਭੈਣ ਭਰਾ ਦਿੱਤੇ ਨੇ ਨਾ, ਅੱਛੇ ਲੋਕ ਦਿੱਤੇ ਨੇ ਨਾ। ਅਗਰ ਕਬੂਤਰ ਨਾ ਹੁੰਦੇ, ਸਾਨੂੰ ਕਿਸੇ ਗਲੀ ਦੇ ਦੂਸਰੇ ਬੰਦੇ ਵੀ ਨਹੀਂ ਸੀ ਜਾਣਨਾ। ਤੇ ਸਾਨੂੰ ਕਿਹਾ ਇਸ ਸ਼ੌਕ ਦੀ ਫਿਰ ਕਦਰ ਨਹੀਂ ਕਰਨੀ ਚਾਹੀਦੀ। ਬਿਲਕੁਲ ਉਸਤਾਦ ਜੀ, ਕੋਈ ਅਜੇ ਤੱਕ ਐਸਾ ਕੋਈ ਗੋਲ ਕੋਈ ਜਿਹੜਾ ਤੁਸੀਂ ਅਚੀਵ ਨਾ ਕੀਤਾ, ਤੁਹਾਡੇ ਦਿਲੀ ਤਮੰਨਾ ਹੋਵੇ ਕਿ ਇਹ ਜਿਹੜਾ ਮੈਂ ਅਚੀਵ ਕਰਾਂ, ਕੋਈ ਰਿਹਾ ਕੋਈ ਇੰਦਾ ਹੈ? ਨਹੀਂ, ਮੈਂ ਅਲਹਮਦੁਲਿਲਾ ਪੰਜਾਬ ਚੈਂਪੀਅਨ ਵੀ ਹਾਂ, ਸਿਟੀ ਵੀ ਹਾਂ, ਜ਼ਿਲ੍ਹਾ ਵੀ ਹਾਂ, ਬਾਜ਼ੀਆਂ ਵੀ ਹਰ ਬੰਦੇ ਤੋਂ ਜਿੱਤਿਆ ਆਇਆ ਵਾਂ। ਜੋ ਪਿੱਛੇ ਜਿੱਤਦੇ ਰਹੇ ਆ ਮੇਰੇ ਸਾਬਕਾ ਉਸਤਾਦ ਸਨ ਬਾਈ ਦਰੀਸ ਸਾਹਿਬ, ਬੜੇ ਹੋ ਗਏ ਨੇ, ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਦੇ। ਉਹ ਆਂਦੇ ਹੁੰਦੇ ਸਨ ਅਸਜਦ ਪੁੱਤਰ, ਅੱਗੇ ਵੀ ਮੋਟਰਸਾਈਕਲਾਂ ਵੀ ਜਿੱਤੀਆਂ ਨੇ, ਬਾਜ਼ੀਆਂ ਵੀ ਜਿੱਤੀਆਂ ਨੇ, ਅੱਗੋਂ ਵੀ ਤੇ ਉਹ ਹੀ ਜਿੱਤਣੀਆਂ ਨੇ ਨਾ। ਹੁਣ ਇੱਕ ਸ਼ੌਕ ਹੈ ਤੇ ਉਹ ਦਿਲ ਦੀ, ਇਹਦੇ ਤੋਂ ਬਗੈਰ ਰਿਹਾ ਨਹੀਂ ਜਾਂਦਾ। ਬਾਕੀ ਗੋਲ ਜਿਹੜਾ ਨਾ ਰੋਲ, ਉਹ ਕੋਈ ਵੀ ਨਹੀਂ ਹੋਣਾ ਇਹਦੇ ਚ ਜਿਹੜਾ ਨਾ
ਕਿ ਇਹਨੂੰ ਜਿੱਤ ਲਾਂਗੇ ਖਰਿਆ ਵੱਡੀ ਕੋ ਵਰਲਡ ਕੱਪ ਲੱਭ ਜਾਏਗਾ। ਇਹਦੇ ਸਾਰੇ ਗੋਲ ਅਚੀਵ ਕੀਤੇ ਹੋਏ ਨੇ ਔਰ ਅੱਲਾਹ ਪਾਕ ਦੀ ਕਰਮ ਨਵਾਜ਼ੀ ਹੈ, ਮੇਰੇ ਰੱਬ ਦੀ ਕਰਮ ਨਵਾਜ਼ੀ ਹੈ, ਕਿਉਂਕਿ ਸਾਡੇ ਕੋਲ ਵੱਡੀਆਂ ਗੱਲਾਂ ਕੋਈ ਨਹੀਂ। ਸਾਡਾ ਅੱਲਾਹ ਔਰ ਮਾਪਿਆਂ ਦੀਆਂ ਦੁਆਵਾਂ, ਭਰਾ ਮੇਰੇ ਜਿਹੜੇ ਨਾਲ ਉਹ ਮੁਖਲਸ ਨੇ। ਅਸੀਂ ਅੱਲਾਹ ਦੀ ਜ਼ਾਤ ਉੱਤੇ ਸੋਰੀ ਦਾ ਬੰਦੇ ਆਂਦੇ ਜੀ ਮੇਰੇ ਕਬੂਤਰ ਚੰਗੇ, ਮੇਰਾ ਦਾਣਾ ਪਾਣੀ ਚੰਗਾ, ਮੇਰੀ ਫਲਾਣੀ ਸ਼ੈ ਚੰਗੀ। ਨਹੀਂ, ਕਬੂਤਰ ਇੱਕ ਲੱਕ ਹੈ। ਤੁਹਾਡੀ ਲੱਕ ਚੱਲਦੀ ਪਈ ਹੈ ਨਾ ਤਾਂ ਤੁਸੀਂ ਬਹੁਤ ਅੱਛੇ ਹੋ। ਤੁਹਾਡਾ 5 ਘੰਟੇ ਵਾਲਾ ਵੀ ਚੈਂਪੀਅਨ ਹੈ। ਜਿਸ ਵਕਤ ਤੁਹਾਡੀ ਲੱਕ ਨਹੀਂ ਨਾ ਚੱਲਦੀ ਪਈ, ਤੁਸੀਂ ਰਾਤ ਦਾ ਪੱਕਾ ਵੀ ਕਬੂਤਰ ਪਾ ਲਓਗੇ, ਤੁਸੀਂ ਹਾਰ ਜਾਓਗੇ। ਕਬੂਤਰਬਾਜ਼ੀ ਦੇ ਵਿੱਚ ਮੈਂ ਇਹ ਸਿੱਖਿਆ ਕਿ ਕੁਛ ਵੀ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਅੱਜ ਕਰ ਦਿਆਂ ਦਾ। ਤੁਹਾਡਾ ਬਹਿੰਦਾ ਪਿਆ ਦਿਲ 'ਚ ਲਗੜ ਚੁੱਕ ਕੇ ਲੈ ਜਾ, ਉਤੋਂ ਨਿਕਲੇ ਹੀ ਨਾ। ਇਹ ਬਗਾਨੀ ਚੀਜ਼ ਹੈ, ਜਦੋਂ ਉਡਾ ਛੱਡਣੇ ਨੇ ਬਗਾਨੇ ਨੇ ਆਪਣੇ, ਉਦੋਂ ਹੀ ਨੇ ਜਦੋਂ ਕੁੱਡੇ ਹੀ ਨੇ। ਤੁਸੀਂ ਇਹਨਾਂ ਦੇ ਉੱਤੇ ਦਾਅਵਾ ਨਹੀਂ ਕਰ ਸਕਦੇ। ਅਗਰ ਤੁਹਾਡਾ ਸੈੱਟ ਬਹਿ ਗਿਆ, ਤੁਹਾਡੇ ਹੱਥ ਤੇ ਚੜ ਗਿਆ, ਦਿਲ 'ਚੋਂ ਸਾਰੇ ਮੁਲਕ ਨੂੰ ਕੁੱਟ ਕੱਢੋ। ਉਸਤਾਦ ਜੀ ਜਿਹੜੇ ਵਿਊਅਰਸ ਨੇ ਜੀ, ਜਿਹੜੇ ਤੁਹਾਡੇ ਫੈਨ ਫੋਲੋਇੰਗ ਮਾਸ਼ਾਅੱਲਾ ਬਹੁਤ ਜ਼ਿਆਦਾ ਹੈ ਜੀ, ਰਿਕੁਐਸਟ ਕਰ ਦਿਓ, ਸਾਡਾ ਚੈਨਲ ਹੈ ਗਲਫ ਵਿਜ਼ਨ ਨਿਊਜ਼। ਜੀ ਇਹ ਭਾਈ ਨੇ ਆਕਬ ਭਾਈ, ਇੱਕ ਭਾਈ ਇਹਨਾਂ ਦੇ ਬਾਹਰ ਨੇ ਆਸਫ, ਇਹਨਾਂ ਦਾ ਕਰੋ ਜੀ, ਬਹੁਤ ਅੱਛਾ ਕੰਮ ਕਰ ਰਹੇ ਨੇ। ਮੈਂ ਇਹਨਾਂ ਦੇ ਤਵੱਸਲ ਨਾਲ ਤੁਹਾਨੂੰ ਵੀ ਇੱਕ ਮਸ਼ਵਰਾ ਦਿਆਂਗਾ, ਇਹ ਤੁਸੀਂ ਮੇਰੀ ਗੱਲ ਚਲਾਣੀ। ਜੀ ਜੀ। ਕਿਤੇ ਵੀ ਜਾਂਦੇ ਹੋ ਨਾ, ਕਿਸੇ ਉਸਤਾਦ ਕੋਲ ਨੈਗੇਟਿਵ ਪੁਆਇੰਟ ਨਾ ਪੁੱਛਿਆ ਕਰੋ। ਉਹਦੀ ਨਾ ਇੱਕ ਕੰਟਰੀਵਰਸੀ ਬਣ ਜਾਂਦੀ ਹੈ, ਫਿਰ ਉਹ ਬਹਿਸ ਛਿੜਦੀ ਏ, ਫਿਰ ਉਹ ਗਰੁੱਪਾਂ 'ਚ ਜਾਂਦੀ ਏ। ਅੱਛਾ ਜਿਹੜਾ ਨਾ ਉਹ ਸਵਾਲ ਪੁੱਛੋ, ਅੱਛਾ ਜਵਾਬ ਮਿਲੇ ਜਿਹੜਾ ਕਿ ਤੁਸੀਂ ਲੋਕਾਂ ਨੂੰ ਸਿਖਾ ਸਕੋ, ਨਾ ਕਿ ਤੁਸੀਂ ਇੱਕ ਦੂਜੇ ਦੇ ਖਿਲਾਫ ਗਲਤ ਸਵਾਲ ਪੁੱਛੋ, ਅਗਲਾ ਬੰਦਾ ਤੁਹਾਨੂੰ ਦੱਸੇ, ਤੁਹਾਨੂੰ ਬੁਰਾ ਭਲਾ ਆਖੇ। ਮੇਰੇ ਭਾਈ ਹੋ ਤੁਸੀਂ, ਸਾਰੇ ਭਾਈ ਨੇ। ਕੋਸ਼ਿਸ਼ ਕਰਿਆ ਕਰੋ ਜਿੱਥੇ ਵੀ ਜਾਓ ਕੋਈ ਇਨਫੋਰਮੇਟਿਵ ਸਵਾਲ ਪੁੱਛੋ ਜਿੰਦੇ ਵਿੱਚ ਕੋਈ ਇਨਫੋਰਮੇਸ਼ਨ ਮਿਲੇ ਨਏ ਸ਼ੌਕੀਨ ਨੂੰ, ਨਾ ਕਿ ਕਿਚੜ ਇੱਕ ਦੂਜੇ ਦੇ ਉੱਤੇ ਛਾੜਨ। ਮੈਂ ਆਖਾਂ ਜੀ ਫਲਾਣਾ ਬੰਦਾ ਬੜਾ ਬੈੜਾ ਹੈ, ਨਹੀਂ ਜੀ, ਸਾਰੇ ਭਰਾ ਨੇ ਸਾਡੇ, ਸਾਰੇ ਮੁਹੱਬਤ ਦੀ ਥਾਂ ਤੇ ਸਾਡੇ ਸ਼ੌਕੀਨ ਜਿੰਨੇ ਵੀ ਭਰਾ ਨੇ ਕਾਬਲੇ ਇੱਜ਼ਤ ਨੇ। ਬੜੇ ਜਿਹੜੇ ਨੇ ਨਾ ਸਾਡੇ ਉਹ ਆਨਰ ਦੀ ਥਾਂ ਤੇ ਨੇ, ਤੇ ਜਿਹੜੇ ਛੋਟੇ ਨੇ ਉਹਨਾਂ ਨਾਲ ਸਾਡਾ ਮੁਹੱਬਤ ਦਾ ਰਿਸ਼ਤਾ ਹੈ। ਇਹ ਕਬੂਤਰਬਾਜ਼ੀ ਹੋਣੀ ਚਾਹੀਦੀ ਹੈ। ਮੈਂ ਇਹ ਸਿੱਖਿਆ, ਮੇਰਾ ਉਸਤਾਦ ਮੇਰੀ ਕੱਲ ਗੱਲ ਹੋਈ ਹੈ, ਉਹ ਇੰਨਾ ਕੁ ਆਜਜ਼ ਇਨਸਾਨ ਹੈ ਨਾ, ਜਿਹਦਾ ਨਾਮ ਮਿੱਠੂ ਲਾਲੀ ਹੈ। ਉਹ ਇਹ ਜਾਂਦਾ ਪੁੱਤਰ, ਜਿਹੜਾ ਵੀ ਤੁਹਾਡੇ ਤੋਂ ਕੰਮ ਤੁਹਾਡੇ ਨਾਲ ਜ਼ਿਆਦਤੀ ਵੀ ਕਰੇ ਰੱਬ ਤੇ ਹਵਾਲੇ ਕਰ ਛੜਿਆ ਕਰੋ। ਰੱਬ ਜਿਹੜਾ ਇੰਤਕਾਮ ਲੈਂਦਾ ਨਾ ਉਹ ਕੋਈ ਵੀ ਨਹੀਂ ਲੈਂਦਾ। ਆਜਜ਼ੀ 'ਚ ਰਹਿਣਾ ਚਾਹੀਦਾ, ਵੱਡੀਆਂ ਨਹੀਂ ਛੱਡਣੀਆਂ ਚਾਹੀਦੀਆਂ। ਨਾ ਕਿਸੇ ਦੇ ਜੋੜੇ ਚੰਗੇ ਨੇ, ਨਾ ਕਿਸੇ ਦਾ ਕੋਈ ਬੜਾ ਵੱਡਾ ਹੈ। ਤੁਹਾਡੀ ਲੱਕ ਕੇ ਵਕਤ ਤੇ ਬਣੇ ਆ, ਤੁਹਾਡਾ ਟਾਈਮ ਬਣ ਗਿਆ ਨਾ, ਮੁੜ ਸਾਰਿਆਂ ਜੋੜਿਆਂ ਵੀ ਹਾਰ ਜਾਣਾ ਤੇ ਸਾਰਿਆਂ ਉਸਤਾਦਾਂ ਵੀ ਹਾਰ ਜਾਣਾ। ਇਹ ਮੇਰੀ ਅਰਜ਼ ਹੈ ਤੁਹਾਡੇ। ਠੀਕ ਹੈ ਉਸਤਾਦ ਜੀ, ਵੈਸੇ ਅਸੀਂ ਇਹ ਸਟਾਰਟ ਹੀ ਕੀਤਾ, 5-6 ਵੀਡੀਓਜ਼ ਹੋਣੀਆਂ, ਕੋਈ ਐਸਾ ਸਾਡੇ ਵੱਲੋਂ ਕੋਈ ਕੰਟਰੋਵਰਸੀ ਨਹੀਂ ਫੈਲੀ ਹੈ। ਯਾਰ ਭਾਈ ਤੁਸੀਂ ਨਏ ਹੋ ਨਾ, ਮਿਰਚਾਂ ਲੂਣ ਮਿਰਚਾਂ ਵਾਲੇ ਸਵਾਲ ਨਾ ਕਰੋ ਕਿਤੇ ਵੀ। ਮੈਂ ਤੁਹਾਨੂੰ ਭਾਈ ਸਮਝ ਕੇ, ਤੁਸੀਂ ਅਗਰ ਇਸ ਚੀਜ਼ ਨੂੰ ਅੱਗੇ ਲਿਜਾਣਾ ਚਾਹੁੰਦੇ ਹੋ ਨਾ, ਲੋਕ ਸੱਚ ਨੂੰ ਔਰ ਹਕੀਕਤ ਨੂੰ ਪਸੰਦ ਕਰਦੇ ਨੇ। ਵਕਤੀ ਤੌਰ ਝੂਠ ਜਿੱਡਾ ਮਰਜ਼ੀ ਲੰਮਾ ਹੋਵੇ, ਜ਼ੁਲਮ ਜਿੰਨਾ ਮਰਜ਼ੀ ਲੰਮਾ ਹੋਵੇ, ਇੱਕ ਦਿਨ ਜ਼ੁਲਮ ਮੁੱਕਣਾ ਹੀ ਮੁੱਕਣਾ। ਝੂਠ ਦਾ ਕੋਈ ਪੈਰ ਨਹੀਂ ਹੁੰਦਾ, ਠੀਕ ਹੈ ਨਾ। ਕਿਸੇ ਵੀ ਜਗ੍ਹਾ ਦੇ ਉੱਤੇ ਤੁਸੀਂ ਜਾਓ ਨਾ, ਹਮੇਸ਼ਾ ਅੱਲਾਹ ਪਾਕ ਥੋੜਾ ਜਿਹਾ ਨਾ ਜਿਹੜਾ ਜ਼ੁਲਮ ਹੈ ਨਾ, ਇਹਦੀ ਥੋੜੀ ਜਿਹੀ ਰੱਸੀ ਥੋੜੀ ਜਿਹੀ ਅੱਲਾਹ ਪਾਕ ਲੰਮੀ ਜ਼ਰੂਰ ਕਰਦਾ ਹੈ, ਲੇਕਿਨ ਫਿਰ ਜਿਸ ਉਹਦੀ ਪਕੜ 'ਚ ਆਉਂਦਾ ਨਾ, ਫਿਰ ਬੰਦੇ ਦੀਆਂ ਟੀ ਵੀ ਨਿਕਲਦੀ ਹੈ ਵੀ ਹੁਣ ਮੈਂ ਕੀ ਕਰਦਾ ਪਿਆ, ਲੇਕਿਨ ਉਹਨੂੰ ਉਹ ਮਹਿਸੂਸ ਨਹੀਂ ਹੁੰਦਾ। ਝੂਠ ਦੇ ਮੁਤਾਸਰ ਕੋਈ ਭਾਈ ਮਵਾਦ ਨਾ ਦਿਓ। ਤੁਹਾਡਾ ਅੱਲਾਹ ਪਾਕ, ਮੇਰੀ ਦੁਆ ਹੈ ਕਿ ਅੱਲਾਹ ਪਾਕ ਤੁਹਾਨੂੰ ਕਾਮਯਾਬ ਕਰੇ। ਬਾਕੀ ਸਾਡੇ ਲਾਇਕ ਜਿਹੜੀ ਵੀ ਹੋਵੇ, ਅਸੀਂ ਭਾਈ ਤੁਹਾਡੇ ਨਾਲ ਆ। ਤੁਹਾਡਾ ਵਿਊਜ਼ ਜਿਹੜਾ ਵੀ ਮਸਲਨ ਸਾਡੇ ਲੈ ਕਿਸੇ ਰਿਲੇਟਡ ਹੋਵੇ, ਮੈਂ ਭਾਈ ਹਾਜ਼ਰ। ਬਹੁਤ ਸ਼ੁਕਰੀਆ ਉਸਤਾਦ ਜੀ। ਜੀ ਲਵ ਯੂ ਹੋ ਗਿਆ ਸਾਰਿਆਂ ਭਰਾਵਾਂ ਨੂੰ ਜੀ। ਅਸਲਾਮ ਵਾਲੇਕੁਮ।